ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਸੀਜੇ ਸਿੱਧੂ ਸ਼ੋ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਹਰ ਥਰਸਡੇ 7 to 8 o'clock ਮੇਰੇ ਸ਼ੋਅ ਦੇ ਵਿੱਚ ਕਿਸੇ ਨਾ ਕਿਸੇ ਪੋਲੀਟੀਸ਼ੀਅਨ ਨੂੰ, ਕਮਿਊਨਿਟੀ ਐਕਟਿਵਿਸਟ ਨੂੰ, ਡਾਕਟਰ ਨੂੰ ਲਿਆਈਦਾ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਦਿੱਤੀ ਜਾ ਸਕੇ ਕਿ ਆਪਣੀ ਕਮਿਊਨਿਟੀ ਦੇ ਵਿੱਚ ਜਾਂ ਆਪਣੇ ਆਲੇ ਦੁਆਲੇ ਕੀ ਚੱਲ ਰਿਹਾ। ਇਸ ਕਰਕੇ ਅੱਜ ਜਿਹੜਾ ਹੈਗਾ ਕੋਈ ਸਪੈਸੀਫਿਕ ਟੌਪਿਕ ਨਹੀਂ ਹੈਗਾ, ਅਸੀਂ ਉਹ ਗੱਲਾਂ ਕਰਨੀਆਂ ਜਿਹੜੀਆਂ ਅੱਜ ਤੁਹਾਡੇ ਦਿਮਾਗ 'ਚ ਹੈ। ਇਸ ਕਰਕੇ ਸਾਡੀਆਂ ਫੋਨ ਲਾਈਨਸ ਓਪਨ ਹੈ, ਤੁਸੀਂ ਸਾਨੂੰ ਕਾਲ ਕਰਕੇ ਟੌਪਿਕ ਬਾਰੇ ਜਾਂ ਇਸ਼ੂ ਬਾਰੇ ਗੱਲ ਕਰਨੀ ਹੈ। ਅਤੇ ਮੇਰੇ ਅੱਜ ਗੈਸਟ ਹਨ ਡਾਕਟਰ ਗੁਲਜ਼ਾਰ ਚੀਮਾ, ਜਿਨ੍ਹਾਂ ਨੂੰ ਵੀ ਕਿਸੇ ਇੰਟਰੋਡਕਸ਼ਨ ਦੀ ਲੋੜ ਨਹੀਂ, ਸਾਰੀ ਕਮਿਊਨਿਟੀ ਵਰਲਡ ਵਾਈਡ ਉਹਨਾਂ ਨੂੰ ਜਾਣਦੇ ਹੈ, ਜਿਹੜੇ ਕਿ ਵਿਨੀਪੈਗ ਦੇ ਵਿੱਚ 2 ਵਾਰੀ MLA ਰਹਿ ਚੁੱਕੇ ਹੈ। ਇਹ ਪਹਿਲੇ ਇੰਡੀਅਨ ਓਰੀਜਨ ਦੇ ਜਿਹੜੇ MLA ਬਣੇ ਸੀਗੇ ਉਸ ਟਾਈਮ 'ਤੇ, ਉਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਮੂਵ ਹੋਣ ਤੋਂ ਬਾਅਦ ਇੱਥੇ MLA ਰਹੇ, ਮਿਨਿਸਟਰੀ ਦੇ ਵਿੱਚ ਸਰਵ ਕੀਤਾ ਅਤੇ ਕਮਿਊਨਿਟੀ ਦੇ ਵਿੱਚ ਡਾਕਟਰ ਦੇ ਤੌਰ 'ਤੇ ਨਹੀਂ ਬਲਕਿ ਕਮਿਊਨਿਟੀ ਐਕਟਿਵਿਸਟ ਦੇ ਤੌਰ 'ਤੇ ਫੈਡਰਲ ਲਿਬਰਲ ਪਾਰਟੀ ਨਾਲ ਇਹਨਾਂ ਦਾ ਬੜਾ ਯੋਗਦਾਨ ਹੈ। ਸੋ ਹਰ ਏਰੀਏ ਦੇ ਵਿੱਚ ਇਹਨਾਂ ਨੇ ਆਪਣੀ ਕਮਿਊਨਿਟੀ ਦੀ ਸੇਵਾ ਕੀਤੀ ਹੈ। ਸਾਨੂੰ ਆਲਵੇਜ਼ ਇਹ ਮਾਣ ਹੁੰਦਾ ਜਦੋਂ ਸਾਡੇ ਸ਼ੋਅ 'ਤੇ ਸੱਦੀਦਾ ਅਤੇ ਇਹਨਾਂ ਨੂੰ ਇਕੱਲੀ ਮੈਡੀਕਲ ਪ੍ਰੋਫੈਸ਼ਨ ਦੇ ਬਾਰੇ ਐਕਸਪਰਟੀਜ਼ ਨਹੀਂ ਬਲਕਿ ਇਹਨਾਂ ਨੂੰ ਬਾਕੀ ਏਰੀਆ ਪੋਲੀਟਿਕਸ ਦਾ ਲਾ ਲਓ, ਕਮਿਊਨਿਟੀ ਇਸ਼ੂਜ਼ ਲਾ ਲਓ, ਉਹਦੇ ਬਾਰੇ ਵੀ ਗੱਲਬਾਤ ਚੱਲੂਗੀ। ਅੱਜ ਗੱਲਾਂ ਆਪਾਂ 4 ਜਾਂ 5 ਟੌਪਿਕਸ 'ਤੇ ਕਰਨੀਆਂ। ਸਭ ਤੋਂ ਪਹਿਲਾਂ ਜਿਸ ਤਰ੍ਹਾਂ ਤੁਹਾਨੂੰ ਕੋਵਿਡ ਦਾ ਪਤਾ ਹੀ ਹੈ ਕਿ ਕੋਵਿਡ ਜਿਹੜਾ ਹੈਗਾ ਹਲੇ ਸ਼ਾਂਤ ਨਹੀਂ ਹੋਇਆ ਭਰਾਵੋ, ਇਸ ਕਰਕੇ ਰਿਲੈਕਸ ਹੋਣ ਦੀ ਲੋੜ ਨਹੀਂ ਗੀ। ਆਪਣੇ ਕੈਨੇਡਾ ਦੇ ਵਿੱਚ 100,000 ਕੇਸਿਸ ਹੋ ਚੁੱਕੇ ਹੈ, 8300 ਡੈਥ ਹੋ ਚੁੱਕੀ ਹੈ। ਪਰ ਖੁਸ਼ੀ ਦੀ ਗੱਲ ਇਹ ਹੈ ਵੀ 62,000 ਪੀਪਲ ਰਿਕਵਰ ਵੀ ਹੋ ਹਟੇ ਹੈ ਅਤੇ ਦੁਨੀਆ ਦੇ ਵਿੱਚ ਜਿਹੜਾ ਨੰਬਰ ਹੈ 8.24 ਮਿਲੀਅਨ ਪੀਪਲ ਜਿਹੜੇ ਡਾਇਗਨੋਸਡ ਹੋਏ ਆ ਕਨਫਰਮਡ ਕੇਸਿਸ ਅਤੇ 446 ਜਿਹੜੀਆਂ ਮੌਤਾਂ ਹੋ ਚੁੱਕੀਆਂ, ਆਲਮੋਸਟ ਟੱਚਿੰਗ ਹਾਫ ਏ ਮਿਲੀਅਨ। ਇਹਨਾਂ 'ਚ ਯੂਨਾਈਟਡ ਸਟੇਟ ਹਲੇ ਵੀ ਨੰਬਰ 1 'ਤੇ ਹੈ ਜਿੱਥੇ ਕਿ 2.23 ਮਿਲੀਅਨ ਕੇਸਿਸ ਹੈ ਅਤੇ 120,000 ਡੈਥਸ ਹੋਈਆਂ। ਉਹ ਤੋਂ ਬਾਅਦ ਬ੍ਰਾਜ਼ੀਲ, ਫਿਰ ਰਸ਼ੀਆ, ਫਿਰ ਇੰਡੀਆ। ਇੰਡੀਆ ਦੇ ਵਿੱਚ 367,000 ਕੇਸਿਸ ਹੋ ਚੁੱਕੇ ਹੈ ਅਤੇ 12,000 ਦੇ ਕਰੀਬ ਮੌਤਾਂ ਹੋ ਚੁੱਕੀਆਂ। ਅਤੇ ਜਿਸ ਤਰ੍ਹਾਂ ਖਬਰਾਂ ਆ ਰਹੀਆਂ ਕਿ ਇੰਡੀਆ ਦੇ ਵਿੱਚ ਨੰਬਰ ਬਹੁਤ ਹੀ ਤੇਜ਼ੀ ਨਾਲ ਵੱਧ ਰਹੇ ਹੈ, ਲੋਕਾਂ ਦਾ ਇਹ ਅਨੁਮਾਨ ਹੈ ਕਿ ਸ਼ਾਇਦ ਉਹ ਅਮਰੀਕਾ ਨੂੰ ਵੀ ਨੰਬਰ ਪਾਸ ਕਰ ਜਾਣ। ਸੋ ਇਹ ਸਾਡਾ ਅਪਡੇਟ ਸੀਗਾ ਕੋਵਿਡ ਦੇ ਬਾਰੇ। ਇਸ ਤੋਂ ਇਲਾਵਾ ਆਪਣੇ ਕ੍ਰਾਸ ਦਾ ਬਾਰਡਰ ਅਮਰੀਕਾ ਦੇ ਵਿੱਚ ਬੜੀ ਬਰੂਟੈਲਿਟੀ ਨਾਲ ਜਦੋਂ ਜਾਰਜ ਫਲੋਇਡ ਅਤੇ ਰੇਸ਼ਾਰਡ ਬਰੁਕਸ 2 ਬੰਦਿਆਂ ਦਾ ਬੀਇੰਗ ਏ ਬਲੈਕਸ, ਉਹਨਾਂ ਨੂੰ ਜਦੋਂ ਪੁਲਿਸ ਨਾਲ ਇਨਕਾਊਂਟਰ ਹੋਇਆ ਅਤੇ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਦੀ ਮੌਤ ਹੋਈ, ਉਹ ਦੇ ਸਦਕਾ ਬੜੀ ਦੁਖਦਾਇਕ ਅਤੇ ਬੜੀ ਸ਼ਰਮਨਾਕ ਕਹਾਣੀ ਹੈ ਕਿ ਪੁਲਿਸ ਜਿਹੜੀ ਤੁਹਾਨੂੰ ਪ੍ਰੋਟੈਕਟ ਕਰਨ ਲਈ ਰੱਖੀ ਗਈ ਹੈ ਉਸ ਦੇ ਸਦਕਾ ਉਹਨਾਂ ਨੇ ਆਲਮੋਸਟ ਜਾਰਜ ਫਲੋਇਡ ਨੂੰ 9 ਮਿੰਟ ਤੱਕ ਉਹਦੀ ਧੌਣ 'ਤੇ ਉਹਨੇ ਗੋਡਾ ਰੱਖਿਆ ਅਤੇ ਉਹ ਫਿਰ ਉਹ ਕਹਿੰਦਾ ਆਈ ਕੈਂਟ ਬਰੀਥ। ਉਸ ਦੇ ਬਾਵਜੂਦ ਬਾਕੀ ਜਿਹੜੇ ਕੌਪ ਸੀ ਸਿਰਫ ਵਾਚ ਕਰ ਰਹੇ ਸੀ ਅਤੇ ਉਹਦੀ ਮੌਤ ਹੋ ਗਈ। ਥੋੜ੍ਹੇ ਹੀ ਦਿਨ ਪਹਿਲਾਂ ਰਿਚਾਰਡ ਬਰੁਕਸ, ਉਹ ਵੈਰੀ ਸਿਮਿਲਰ 18-20 ਮਿੰਟ ਬੜਾ ਸੋਬਰਟੀ ਨਾਲ ਉਹਨਾਂ ਨਾਲ ਗੱਲ ਕਰਦਾ ਰਿਹਾ, ਪਰ ਉਦੋਂ ਬਾਅਦ ਜਦੋਂ ਸਿਚੁਏਸ਼ਨ ਬਦਲ ਗਈ ਉਹਨਾਂ ਨੂੰ ਵੀ ਗੋਲੀ ਮਾਰ ਕੇ ਮਾਰਤਾ, ਜਿਸ ਦੇ ਕਾਰਨ ਸਾਰੇ ਅਮਰੀਕਾ ਦੇ ਵਿੱਚ ਡੈਮੋਸਟ੍ਰੇਸ਼ਨ ਹੋ ਰਹੇ ਹੈ, ਦੰਗੇ ਹੋ ਰਹੇ ਹੈ ਅਤੇ ਇਸ ਕਰਕੇ ਸਾਰੀ ਦੁਨੀਆ ਦੇ ਵਿੱਚ ਇਸ ਦੇ ਬਾਰੇ ਮੁਜ਼ਾਹਰੇ ਹੋਏ ਕਿ ਜਿਹੜਾ ਇਹ ਸਿਸਟੈਮਿਕ ਰੇਸਿਜ਼ਮ ਹੈਗਾ, ਜਿਹੜਾ ਸਟਰਕਚਰਲ ਰੇਸਿਜ਼ਮ ਹੈਗਾ, ਜਿਹੜਾ ਕਿ ਇੰਬੈਡਡ ਸਿਸਟਮ ਦੇ ਵਿੱਚ ਵੜਿਆ ਹੈ, ਉਹਦੇ ਬਾਰੇ ਵੀ ਅਸੀਂ ਥੋੜ੍ਹੀ ਬਹੁਤ ਗੱਲ ਕਰਾਂਗੇ। ਇਸ ਤੋਂ ਇਲਾਵਾ ਆਪਾਂ ਸਰੀ ਦੇ ਕਾਫੀ ਆਪਣੇ ਵਸਿੰਦੇ ਹੈਗੇ ਆ। ਆਪਣੀ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ 32.4% ਸਰੀ ਦੇ ਵਿੱਚ ਹੈਗੀ ਆ ਅਤੇ ਜਿਹੜੀ ਐਥਨਿਕ ਕਮਿਊਨਿਟੀਜ਼ ਦਾ ਜੇ ਨੰਬਰ ਦੇਖੀਏ 58% ਐਥਨਿਕ ਕਮਿਊਨਿਟੀਜ਼ ਹੈਗੀਆਂ ਐਂਡ 600,000 ਦੀ ਪਾਪੂਲੇਸ਼ਨ ਦੇ ਵਿੱਚ ਤੁਸੀਂ ਇਹ ਲਾ ਲਓ ਵੀ 58% ਜਿਹੜੀ ਐਥਨਿਕ ਜਾਂ ਮਾਈਨੋਰਿਟੀ ਕਮਿਊਨਿਟੀਜ਼ ਉੱਥੇ ਵਸਦੀਆਂ, ਉਸ ਦੇ ਬਾਰੇ ਗੱਲ ਚੱਲੂਗੀ। ਇਸ ਦੇ ਨਾਲ ਨਾਲ ਤੁਸੀਂ ਸੁਣਿਆ ਹੀ ਹੈ ਕਿ ਯੂਨਾਈਟਿਡ ਨੇਸ਼ਨਸ ਦਾ ਇਸ਼ੂ ਜਿਹੜਾ ਹੈਗਾ ਕਿ ਕੈਨੇਡਾ ਨੇ ਬੜੇ ਹੀ ਆਪਣੇ ਪ੍ਰਾਈਮ ਮਿਨਿਸਟਰ ਨੇ ਕੋਸ਼ਿਸ਼ ਕੀਤੀ ਤਾਂ ਕਿ ਆਪਾਂ ਉਹਦੀ ਮੈਂਬਰਸ਼ਿਪ ਜਿਹੜੀ ਹੈਗੀ ਹੈ ਉਹਦੇ ਵਿੱਚ ਆਪਾਂ ਨੂੰ ਮਿਲੇ, ਪਰ ਉਹ ਵੀ ਅਨਫੋਰਚੂਨੇਟਲੀ ਵੀ ਲਾਸਟ ਵੈਰੀ ਕਲੋਜ਼ ਰੇਸ ਦੇਅਰ। ਅਤੇ ਸਭ ਤੋਂ ਵੱਡਾ ਜਿਹੜਾ ਬਿਕੋਜ਼ ਆਪਾਂ ਇੰਡੀਅਨ ਓਰੀਜਨ ਦੇ ਜਿੰਨੇ ਵੀ ਆਪਣੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਲੋਕ ਹੈ, ਚਾਈਨਾ ਅਤੇ ਇੰਡੀਆ ਦੇ ਵਿੱਚ ਜਿਹੜਾ ਲਦਾਖ ਦੇ ਵਿੱਚ ਕੌਨਫਲਿਕਟ ਚੱਲ ਰਿਹਾ, ਉਹ ਵੀ ਬੜਾ ਹੀ ਕਾਨੂੰਨਾ
ਖੇਲ ਉੱਥੇ ਚੱਲ ਰਿਹਾ ਉਸ ਦੇ ਬਾਰੇ ਗੱਲ ਚੱਲੂਗੀ। ਇਹ ਸਾਰੇ ਇਸ਼ੂਜ਼ ਤੋਂ ਇਲਾਵਾ ਸਾਡੀਆਂ ਫੋਨ ਲਾਈਨਸ ਓਪਨ ਹੈ, ਤੁਸੀਂ ਕਿਸੇ ਵੀ ਟੌਪਿਕ ਤੇ ਗੱਲ ਕਰਕੇ, ਤਾਂ ਕਰਕੇ ਅਸੀਂ ਕਿਹਾ ਐਜ਼ ਅ ਓਪਨ ਫॉर ਆਲ ਟੁਡੇ, ਇਟਸ ਓਪਨ ਪਲੇਟਫਾਰਮ ਐਂਡ ਡਾਕਟਰ ਗੁਲਜ਼ਾਰ ਚੀਮਾ ਆਪ ਦੇ ਐਕਸਪਰਟ ਓਪੀਨੀਅਨ ਇਹਨਾਂ ਇਸ਼ੂਜ਼ ਦੇ ਬਾਰੇ ਦੱਸਣਗੇ। ਡਾਕਟਰ ਸਾਹਿਬ ਵੈਲਕਮ ਜੀ ਆਇਆਂ ਨੂੰ ਸੀਜੇ ਸਿੱਧੂ ਸ਼ੋਅ 'ਚ। ਸਭ ਤੋਂ ਪਹਿਲਾਂ ਸੀਜੇ ਪ੍ਰੋਫੈਸਰ ਸਾਹਿਬ ਤੁਹਾਡੇ ਸਾਰੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਗੁੱਡ ਡੇ ਐਂਡ ਗੁੱਡ ਈਵਨਿੰਗ, ਐਂਡ ਜਿੱਥੇ ਜਿੱਥੇ ਬੈਠੇ ਨੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਮੈਂ ਕੋਵਿਡ ਜਿਵੇਂ ਜਿਵੇਂ ਟੌਪਿਕ ਮੈਂ ਅੱਜ ਕਵਰ ਕੀਤੇ ਹੈ ਐਡੀਟੋਰੀਅਲ ਦੇ ਵਿੱਚ, ਉਵੇਂ ਉਵੇਂ ਆਪਾਂ ਟੌਪਿਕ ਕਰਾਂਗੇ ਬੜੇ ਸ਼ੋਰਟ ਤੇ ਬਰੀਫ ਦੇ ਵਿੱਚ। ਸੋ ਕੋਵਿਡ ਦੇ ਵਿੱਚ ਬੀਇੰਗ ਅ ਡਾਕਟਰ, ਜਸਟ ਸਮਰਾਈਜ਼ ਵੇ ਬਰੀਫਲੀ ਸਾਨੂੰ ਇਹ ਦੱਸੋ ਕਿ ਹੁਣ ਆਪਾਂ ਕਿੱਥੇ ਖੜੇ ਹਾਂ ਤੇ ਆਪਾਂ ਨੂੰ ਕੀ ਖਿਆਲ ਰੱਖਣਾ ਚਾਹੀਦਾ। ਦੇਖੋ ਕਰੋਨਾ ਵਾਇਰਸ ਦਾ ਜਿਹੜਾ ਗੱਲ ਚੱਲੀ ਸੀ ਪਹਿਲਾਂ, ਹਮੇਸ਼ਾ ਮੈਂ ਇਹਦੀ ਬੈਕਗਰਾਊਂਡ ਦੇ ਵਿੱਚ ਜਾਣਾ ਚਾਹੁੰਦਾ ਕਿ ਚੱਲੀ ਸੀ ਪਹਿਲਾਂ ਨਵੰਬਰ ਦੇ ਵਿੱਚ ਜਿਸ ਕੰਟਰੀ ਤੋਂ, ਉਸ ਤੋਂ ਬਾਅਦ ਜਿਹੜਾ ਸਾਡੇ ਕੰਟਰੀ ਕੈਨੇਡਾ ਵਿੱਚ ਆਈ 25 ਜਨਵਰੀ ਨੂੰ ਪਹਿਲਾ ਕੇਸ ਹੋਇਆ, ਫਿਰ ਕੇਸ ਵੱਧਦੇ ਆਪਾਂ ਕਿੱਥੋਂ ਤੱਕ ਪਹੁੰਚ ਗਏ। ਉਸ ਤੋਂ ਇਲਾਵਾ ਫਿਰ BC ਦੇ ਵਿੱਚ ਕੰਟਰੋਲ ਹੋਇਆ, ਬਾਕੀ ਪ੍ਰੋਵਿੰਸਾਂ ਵਿੱਚ ਕੰਟਰੋਲ ਹੋਇਆ। ਓਵਰਆਲ ਜਿਹੜਾ ਨਾ ਅਸੀਂ ਕੈਨੇਡਾ ਦੇ ਵਿੱਚ ਜਿਹੜਾ ਸਰਕਾਰਾਂ ਸਾਰੀਆਂ ਨੇ ਮਿਲ ਕੇ ਕੰਮ ਕੀਤਾ ਤੇ ਇਹਨੂੰ ਨਾਨ ਪੋਲੀਟੀਕਲ ਇਸ਼ੂ ਬਣਾ ਕੇ ਹੈਲਥ ਕੇਅਰ ਨੂੰ ਅੱਗੇ ਰੱਖ ਕੇ ਤੇ ਲੋਕਾਂ ਦੀ ਹਿਫਾਜ਼ਤ ਕੀਤੀ ਤੇ ਚੰਗੇ ਨਤੀਜੇ ਤੇ ਪਹੁੰਚਿਆ। ਕੰਟਰੋਲ ਬੜਾ ਅੱਛਾ, ਪਰ ਇਹ ਜਿਹੜਾ ਨਾ ਸੈਕੰਡ ਵੇਵ ਨੂੰ ਬਚਾਉਣ ਵਾਸਤੇ ਸਾਨੂੰ ਸੇਮ ਪ੍ਰੀਕਾਸ਼ਨਸ ਕਰਨੀਆਂ ਪੈਣੀਆਂ, ਬਿਕਾਜ਼ ਕਾਰਨ ਇਹ ਰੀਜ਼ਨ ਬੜਾ ਕਲੀਅਰ ਹੈ, ਇਹਦੀ ਸਪਰੈਡ ਦਾ ਜਿਹੜਾ ਮੋਡ ਹੈ ਉਹ ਵੀ ਸੇਮ ਹੈ, ਕੋਈ ਬਦਲਿਆ ਨਹੀਂ। ਸੋ ਆਪਾਂ ਨੂੰ ਜਿਹੜਾ ਫਿਜ਼ੀਕਲ ਡਿਸਟੈਂਸ ਹੈ ਉਹ ਮੇਨਟੇਨ ਕਰਨਾ ਪੈਣਾ, ਜਿਹੜੀਆਂ ਡਾਇਰੈਕਸ਼ਨਸ ਮਿਲਦੀਆਂ ਪਈਆਂ ਨੇ ਪ੍ਰੋਵਿੰਸ ਤੋਂ ਫੋਲੋ ਕਰਨੀਆਂ ਪੈਣੀਆਂ, ਐਜ਼ ਏ ਕਮਿਊਨਿਟੀ ਸਾਨੂੰ ਗੱਲਾਂ ਫੋਲੋ ਕਰਨੀਆਂ ਪੈਣੀਆਂ ਨੇ, ਐਜ਼ ਏ ਬਿਜ਼ਨਸ ਸਾਨੂੰ ਗੱਲਾਂ ਉਹੀ ਫੋਲੋ ਕਰਨੀਆਂ ਪੈਣੀਆਂ ਨੇ। ਸੋ ਉਹ ਸਾਰੀਆਂ ਗੱਲਾਂ ਦੇ ਨਤੀਜਾ ਹੋਣ ਦੇ ਬਾਵਜੂਦ ਫਿਰ ਵੀ ਅਜੇ ਰਿਸਕ ਹੈਗਾ। ਸੋ ਆਈ ਥਿੰਕ ਹੁਣ ਸਾਨੂੰ ਵੇਟ ਕਰਨਾ ਪੈਣਾ, ਪਰ ਐਜ਼ ਏ ਕਮਿਊਨਿਟੀ ਆਈ ਥਿੰਕ ਅਸੀਂ ਲੋਕਾਂ ਨੇ ਬਹੁਤ ਅੱਛਾ ਇਹਦੇ ਵਿੱਚ ਕੰਟਰੀਬਿਊਸ਼ਨ ਕੀਤੀ ਹੈ। ਸੋ ਡਾਕਟਰ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਬਹੁਤ ਜ਼ਿਆਦਾ ਰਿਲੈਕਸ ਹੋਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈ, ਹਾਲਾਂਕਿ ਆਪਣੀ ਕਮਿਊਨਿਟੀ ਦੇ ਵਿੱਚ ਥੋੜ੍ਹੇ ਜਿਹੇ ਕੇਸਿਸ ਹੁਣ ਉੱਭਰ ਕੇ ਆਏ ਆ ਰੀਸੈਂਟਲੀ, ਜਿਹੜੇ ਕਿ ਤੁਸੀਂ ਸਾਡੇ ਸ਼ੋਅ ਦੇ ਵਿੱਚ ਦੇਖੇ ਸੀਗੇ। ਸੋ ਇਸ ਕਰਕੇ ਰਿਲੈਕਸ ਹੋਣ ਦੀ ਲੋੜ ਨਹੀਂ, ਇਹ ਓਵਰ ਨਹੀਂ ਹੋਇਆ ਗੇਮ ਹਲੇ। ਜਿੰਨਾ ਚਿਰ ਉਹਦਾ ਵੈਕਸੀਨ ਜਾਂ ਮੈਡੀਸਨ ਨਹੀਂ ਆਉਂਦੀ ਉਹਨਾਂ ਚਿਰ ਆਪਾਂ ਨੂੰ ਬੜਾ ਵਿਜੀਲੈਂਟ ਰਹਿਣਾ ਪੈਣਾ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਇਹ ਨਾ ਹੋਵੇ ਕਿ ਸੈਕੰਡ ਵੇਵ ਆਵੇ ਤੇ ਕੰਮ ਹੋਰ ਜ਼ਿਆਦਾ ਖਰਾਬ ਹੋ ਜੇ ਤੇ ਆਪਾਂ ਨੂੰ ਫਿਰ ਘਰਾਂ 'ਚ ਵੜ ਕੇ ਪੈਣਾ ਪਵੇ। ਇਹਦੇ ਵਿੱਚ ਨਾ ਸੀਜੇ ਮੈਂ ਇੱਕ ਐਡ ਕਰਨਾ ਚਾਹੁੰਦਾ ਗੱਲ, ਰੀਸੈਂਟਲੀ ਪਿਛਲੇ ਕੋਈ ਹਫਤੇ ਦੇ ਵਿੱਚ ਇਹਦੇ ਵਾਸਤੇ ਇੱਕ ਮੈਡੀਸਨ ਦਾ ਨਾਂ ਆ ਰਿਹਾ ਉੱਭਰ ਕੇ, ਡੈਕਸਾਮੈਥਾਸੋਨ, ਜਿਹੜੀ ਕਿ ਮੈਡੀਸਨ ਹੈਗਾ ਸਟੀਰਾਇਡ, ਉਹਨੂੰ ਕਰਦੇ ਨੇ ਡਿਫਰੈਂਟ ਗੱਲਾਂ ਲਈ ਯੂਜ਼। ਉਹਨਾਂ ਨੇ ਦੇਖਿਆ ਕਿ ਕਈ ਜਗ੍ਹਾ ਦੇ ਵਿੱਚ ਉਹਨੂੰ ਜਦੋਂ ਲੋਕਾਂ ਨੂੰ ਜ਼ਿਆਦਾ ਤਕਲੀਫ ਸੀ ਉਹ ਯੂਜ਼ ਕੀਤਾ, ਉਹਦੇ ਨਾਲ ਰਿਕਵਰੀ ਰੇਟ ਬੜਾ ਵਧਿਆ। ਸੋ ਉਹ ਮੋਸਟ ਇਫੈਕਟਿਵ ਇਸ ਟਾਈਮ ਦੇ ਵਿੱਚ ਉਹਦੀ ਗੱਲ ਹੋ ਰਹੀ ਹੈ। ਸੋ ਚੰਗੀ ਨਿਊਜ਼ ਇਹ ਵੀ ਉਹ ਬੜੇ ਇਨਐਕਸਪੈਂਸਿਵ ਹੈ ਤੇ ਆਲਰੇਡੀ ਅਵੇਲੇਬਲ ਹੈ। ਸੋ ਦੈਟਸ ਗੁੱਡ ਨਿਊਜ਼। ਸੈਕੰਡ ਜਿਹੜਾ ਵੈਕਸੀਨੇਸ਼ਨ ਦੀ ਗੱਲ ਹੋ ਰਹੀ ਹੈ ਉਹਦੇ ਬਾਰੇ ਵੀ ਜਿੰਨੀ ਜਲਦੀ ਵੀ ਤਿਆਰੀ ਕਰਦੇ ਪਏ ਨੇ ਸਾਰੇ, ਪਰ ਕੰਪੀਟੀਸ਼ਨ ਬਹੁਤ ਹੈ। ਪਰ ਮੇਜਰ ਜਿਹੜੀ ਜੇ ਤੁਸੀਂ ਕਹੋ ਕਿ 100% ਇਫੈਕਟਿਵਨੈਸ ਇੱਕ ਵੈਕਸੀਨੇਸ਼ਨ ਨਾਲ ਹੋਣੀ ਉਹ ਗੱਲ ਨਹੀਂ ਹੈਗੀ। ਸੋ ਸਾਨੂੰ ਫੋਲੋ ਕਰਨੀਆਂ ਪੈਣੀਆਂ ਪ੍ਰੀਕਾਸ਼ਨਸ, ਪਲੱਸ ਜਿਹੜੀਆਂ ਵੇਰੀਅਸ ਮੈਡੀਕੇਸ਼ਨਸ ਆ ਰਹੀਆਂ ਉਹ ਕਰੋ। ਪਰ ਮੋਸਟ ਇੰਪੋਰਟੈਂਟ ਥਿੰਗ ਅਗੇਨ ਆਪਾਂ ਰਿਪੀਟ ਕਰਾਂਗੇ, ਤੁਹਾਡੇ ਆਪਣੇ ਸਾਰੇ ਪ੍ਰੋਗਰਾਮ ਜਿਹੜੇ ਵੇਖਦੇ ਉਹਨਾਂ ਨੂੰ ਪਤਾ ਹੀ ਹੈ ਕਿ ਜਿਹੜਾ ਫਿਜ਼ੀਕਲ ਡਿਸਟੈਂਸ ਹੈ ਜਾਂ ਜਿਹੜੀਆਂ ਪ੍ਰੀਕਾਸ਼ਨਸ ਨੇ ਉਹਨਾਂ ਨੂੰ ਮੇਨਟੇਨ ਕਰਨਾ ਪੈਣਾ। ਤੇ ਕਿਉਂਕਿ ਅੱਜ ਸਮਰ ਦੇ ਵਿੱਚ ਖਾਸ ਕਰਕੇ ਇਹ ਗੱਲਾਂ ਸਾਨੂੰ ਸਾਰੀਆਂ ਕਰਨੀਆਂ ਪੈਣੀਆਂ। ਸੋ ਇਹ ਤੇ ਗੱਲ ਸੀ, ਇਹਦੇ ਨਾਲ ਜੁੜਦੀ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ, ਕਿਉਂਕਿ ਆਪਾਂ ਗੱਲ ਕਹਿ ਰਹੇ ਹਾਂ ਕਿ ਫਿਜ਼ੀਕਲ ਡਿਸਟੈਂਸ ਨੂੰ ਮੇਨਟੇਨ ਕਰਨਾ, ਆਪਾਂ ਗੱਲ ਕਰਦੇ ਪਏ ਹਾਂ ਵੀ ਸੋਸ਼ਲੀ ਜਿਹੜਾ ਆਪਣੇ ਆਪ ਨੂੰ ਕਿਸ ਤਰ੍ਹਾਂ ਕਨੈਕਟ ਕਰਨਾ। ਤੇ ਸਰੀ ਦੀ ਤੁਸੀਂ ਗੱਲ ਕੀਤੀ ਸੀ, ਸਰੀ ਦੀ ਆਬਾਦੀ ਤਕਰੀਬਨ ਹੁਣ 6 ਲੱਖ ਦੇ ਨੇੜੇ ਪਹੁੰਚ ਚੱਲੀ ਹੈ। 6 ਲੱਖ ਦੇ ਵਿੱਚ ਜਿਹੜੇ ਨਾ ਸਾਰਾ ਜਿਹੜਾ ਸਾਡਾ ਜਿਹੜਾ ਸ਼ਹਿਰ ਹੈ ਇਹ ਬੜਾ ਫੈਲਿਆ, ਹਰ ਜਗ੍ਹਾ 'ਤੇ ਬਹੁਤ ਜਗ੍ਹਾ ਤੱਕ ਫੈਲਿਆ, ਛੋਟੀਆਂ ਡਿਵੀਜ਼ਨਸ ਨੇ ਵਿੱਚ। ਉਹਦੇ ਹਿਸਾਬ ਨਾਲ ਕਈ ਕਮਿਊਨਿਟੀਜ਼ ਨੇ, ਕਿਸੇ ਉਹਨਾਂ ਦਾ ਕਈ ਜਿਸ ਤਰ੍ਹਾਂ ਕਿ ਸਾਊਥ ਏਸ਼ੀਅਨ ਭਾਈਚਾਰੇ ਦਾ ਕਈਆਂ ਏਰੀਆ ਵਿੱਚ ਜ਼ਿਆਦਾ ਉਹ ਹੈਵੀ ਨੇ, ਕਈਆਂ ਵਿੱਚ ਘੱਟ ਨੇ। ਪਰ ਓਵਰਆਲ ਜਿਹੜਾ ਨਾ ਜਿਹੜੀ ਸਾਡੀ ਸਰੀ ਦੀ ਜਿਹੜੀ ਸਿਸਟਮ ਹੈ ਜਾਂ ਜਿਸ ਸੈਟਅਪ ਹੈ ਉਹਦੇ ਵਾਸਤੇ ਬੜਾ ਇੰਪੋਰਟੈਂਟ ਹੈ ਕਿ ਇਹ ਸਾਰੇ ਰੂਲਸ ਫੋਲੋ ਕਰੀਏ। ਬਟ ਮੈਂ ਅੱਜ ਨਿਊਜ਼ ਵੇਖਦਾ ਪਿਆ ਸੀ ਕਿ ਇਹਨਾਂ ਨੇ ਕਿਹਾ ਵੀ ਸਰੀ ਦੇ ਵਿੱਚ ਸਮਰ ਦੇ ਵਿੱਚ ਅਸੀਂ ਪਾਰਕਸ ਜਾਂ ਲਾਇਬ੍ਰੇਰੀ ਜਾਂ ਦੂਜੀਆਂ ਗੱਲਾਂ ਨੂੰ ਬੰਦ ਕਰ ਦੇਣਾ, ਤਾਂ ਕਿ ਲੋਕਾਂ ਨੂੰ ਉਹ ਬੜੀ ਗੱਲ ਗਲਤ ਹੋ ਰਹੀ ਹੈ। ਹੋ ਸਕਦਾ ਵੀ ਇਹਨਾਂ ਕੋਲੋਂ ਕੋਈ ਇਨਫੋਰਮੇਸ਼ਨ ਗਲਤ ਹੈ, ਉਹਨੂੰ ਠੀਕ ਕਰੋ। ਕਿ ਚਾਹੀਦਾ ਸਾਨੂੰ ਸਾਰਿਆਂ ਨੂੰ ਅਪਰੋਚ ਕਰਨ ਕਿ ਸਿਟੀ ਨੂੰ ਕਿ ਇਹ ਕੰਮ ਨਾ ਕਰੋ, ਲੋਕਾਂ ਨੇ ਬਾਹਰ ਜਾਣਾ ਫਿਰਨਾ ਤੁਰਨਾ,
ਪਾਰਕਸ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਸਰਵਿਸ ਨਹੀਂ ਪ੍ਰੋਵਾਈਡ ਕਰ ਸਕਦੇ ਜਦੋਂ 6 ਲੱਖ ਬੰਦੇ ਇਨਵੋਲਵ ਨੇ ਉਹਦੇ ਵਿੱਚੋਂ ਸਿਟੀ ਆਫ ਪਾਰਕਸ ਹੈ ਸੋ ਉਹਦੇ ਆਪਾਂ ਨੂੰ ਗੱਲਬਾਤ ਕਰਨੀ ਪੈਣੀ ਹੈ ਸੋ ਇਹਦੇ ਸੋ ਮੈਂ ਇਹ ਕਿਉਂਕਿ ਇਹ ਕਨੈਕਟਡ ਨੇ ਸਾਰੀਆਂ ਯੈਸ ਆਈ ਐਮ ਕਮਿੰਗ ਔਨ ਦੈਟ ਡਾਕਟਰ ਸਾਹਿਬ ਪਰ ਆਪਣੇ ਕੋਲ ਕਾਲਰ ਲਾਈਨ ਤੇ ਹਾਂਜੀ ਗੁਰਪ੍ਰੀਤ ਜੀ ਤੁਸੀਂ ਲਾਈਨ ਤੇ ਹੋ ਜੀ ਮੇਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਪਣਾ ਲਾਈਵ ਬੋਲਦੇ ਆਪਾਂ ਲਾਈਵ ਆ ਹਾਂਜੀ ਲਾਈਵ ਹੈ ਜੀ ਸ਼ੋ ਹਾਂਜੀ ਅੱਛਾ ਮੈਂ ਪੁੱਛਣਾ ਸੀਗਾ ਆਪਣੇ ਕਰੋਨਾ ਬਾਰੇ ਜਿਹੜਾ ਆਪਣੇ ਗੁਰਦੇ ਕਰੋਨਾ ਆਉਂਦਾ ਤੇ ਲੋਕੀ ਕੀ ਨਹੀਂ ਕਰਦੇ ਮਾਸਕ ਵਗੈਰਾ ਆਉਂਦੇ ਆ ਹਾਂਜੀ ਤੁਹਾਡਾ ਕੁਐਸਚਨ ਕੀ ਹੈ ਜੀ ਡਾਕਟਰ ਸਾਹਿਬ ਨੂੰ ਮੈਨੂੰ ਪੁੱਛਿਆ ਇਹ ਤਾਂ ਗੁਰਦੇ ਦੇ ਬੰਦੇ ਮਾਸਕ ਹੋਣੇ ਚਾਹੀਦੇ ਹਨ ਜਿਹੜੇ ਬੰਦੇ ਮੱਥੇ ਟੇਕਣ ਆਉਂਦੇ ਆ ਸੋ ਗੁਰਦੁਆਰੇ ਕਹਿੰਦੇ ਮਾਸਕ ਬਿਲਕੁਲ ਠੀਕ ਹੈ ਗੁਰਦੁਆਰਾ ਹੋਏ ਮੰਦਿਰ ਹੋਏ ਮਸਜਿਦ ਹੋਏ ਚਰਚ ਹੋਏ ਕਿਹੜੀ ਵੀ ਆਰਗੇਨਾਈਜੇਸ਼ਨ ਦੇ ਵਿੱਚ ਜੇ ਤੁਸੀਂ ਜਾਣਾ ਜਿਹੜੇ ਤੁਸੀਂ ਆਪਾਂ ਅਸੂਲ ਘਰ ਫਾਲੋ ਕਰਨੇ ਪਏ ਆ ਬਿਜ਼ਨਸ ਤੇ ਕਰਨੇ ਆ ਕੰਮ ਤੇ ਕਰਨੇ ਆ ਉਹੀ ਅਸੂਲ ਉੱਥੇ ਫਾਲੋ ਕਰਨੇ ਪੈਣੇ ਨੇ ਇਹ ਆਪਣੀ ਪ੍ਰੋਟੈਕਸ਼ਨ ਵਾਸਤੇ ਹੀ ਹੈ ਇੱਕ ਆਪਣੀ ਵਾਸਤੇ ਕਿਸੇ ਹੋਰ ਵਾਸਤੇ ਸੋ ਤੁਹਾਡੀ ਗੱਲ ਠੀਕ ਹੈ ਕਿ ਉਹ ਤੁਹਾਨੂੰ ਨਾ ਆਪਾਂ ਨੂੰ ਡਿਸਪਲਿਨ ਆਪਣੇ ਮਾਈਂਡ ਦੇ ਵਿੱਚ ਬਣਾਉਣਾ ਪੈਣਾ ਵੀ ਇਹ ਚੇਂਜ ਹੋ ਗਿਆ ਸੋ ਆਪਣੇ ਜੇ ਇਹਨੂੰ ਕਈ ਵਾਰੀ ਜਿਹੜੀਆਂ ਆਦਤਾਂ ਨੇ ਨਾ ਉਹਨੂੰ ਚੇਂਜ ਕਰਦਿਆਂ ਟਾਈਮ ਲੱਗਦਾ ਸੋ ਹੋਪਫੁਲੀ ਹੌਲੀ ਹੌਲੀ ਲੋਕਾਂ ਨੇ ਇਸ ਚੀਜ਼ ਨੂੰ ਫਾਲੋ ਕਰ ਲੈਣਾ ਸੋ ਜਸਟ ਵੀ ਸਾਨੂੰ ਤਾਂ ਹੈਗਾ ਵੀ ਅਸੀਂ ਕੇਅਰਫੁਲ ਰਹੀਏ ਕਿ ਅਸੀਂ ਇਸ ਚੀਜ਼ ਦੇ ਵਿੱਚ ਹੈਲਪ ਕਿਸ ਤਰ੍ਹਾਂ ਕਰਨੀ ਹੈ ਸੋ ਡਾਕਟਰ ਸਾਹਿਬ ਗੱਲ ਕਰ ਰਹੇ ਸੀਗੇ ਆਪਣੇ ਸਰੀ ਦੇ ਵਿੱਚ ਜਿਹੜੇ ਪਾਰਕਸ ਦੇ ਬਾਰੇ ਸੋ ਲਾਸਟ ਵੀਕ ਕਾਉਂਸਲਰ ਮਨਦੀਪ ਨਾਗਰਾ ਮੇਰੇ ਸ਼ੋਅ ਦੇ ਵਿੱਚ ਸੀ ਸਾਡੀਆਂ ਕਾਫੀ ਓਪਨਲੀ ਇਸ ਬਾਰੇ ਡਿਸਕਸ਼ਨ ਹੋਈਆਂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਸਰੀ ਦੀ ਜਿਹੜੀ ਆਬਾਦੀ ਹੈ 6 ਲੱਖ ਦੇ ਕਰੀਬ ਹੈ ਜਿਸ ਦੇ ਵਿੱਚੋਂ 32.4% ਆਪਣੇ ਸਾਊਥ ਏਸ਼ੀਅਨ ਕਮਿਊਨਿਟੀ ਹੈ ਤੇ ਟੋਟਲ ਵਿਜ਼ੀਬਲ ਮਾਈਨੋਰਿਟੀ ਪਾਪੂਲੇਸ਼ਨ 57.8% ਹੈ ਸੋ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੇ ਆਪਣੇ ਪਾਰਕਸ ਹੈ ਲਾਇਬ੍ਰੇਰੀਜ਼ ਹੈ ਉਹਨਾਂ ਦੇ ਵਿੱਚ ਜਿਹੜਾ ਹੈਗਾ ਕਿ ਉਹਨੂੰ ਪ੍ਰੋਪਰ ਡਿਸਪਲਿਨ ਦੇ ਨਾਲ ਡਾਕਟਰ ਸਾਹਿਬ ਦੇਖੋ ਸੀਜੇ ਉਹ ਇੱਕ ਇਸ਼ੂ ਆਇਆ ਫॉर द ਲਾਸਟ ਮੇ ਫਿਊ ਡੇਜ਼ ਪਰ ਜਿਹੜਾ ਸੈਕੰਡ ਜਿਹੜੀ ਗੱਲ ਕਰਨ ਵਾਲੀ ਹੈ ਕਿਉਂਕਿ ਜਿਹੜੀ ਸਾਡੀ ਪਾਪੂਲੇਸ਼ਨ ਸਾਰੀ ਇੱਥੇ ਕੰਸਨਟਰੇਟਡ ਹੈ ਕੈਨੇਡਾ ਤੋਂ ਇੰਡੀਆ ਤੋਂ ਬਾਹਰ ਇੱਕ ਸਰੀ ਇਹੋ ਜਿਹਾ ਸ਼ਹਿਰ ਹੈ ਜਿੱਥੇ ਸਭ ਤੋਂ ਜ਼ਿਆਦਾ ਆਪਣਾ ਭਾਈਚਾਰਾ ਬੈਠਾ ਅਤੇ ਕਿਉਂਕਿ ਇੱਥੇ ਆ ਕੇ ਹੁਣ ਸਾਡੇ ਲੋਕਾਂ ਨੇ ਆਪਣੀਆਂ ਜਿਹੜੀਆਂ ਸੀ ਨਾ ਡਿਵੈਲਪਮੈਂਟਸ ਬਹੁਤ ਕੀਤੀਆਂ ਹਰ ਜਗ੍ਹਾ 'ਤੇ ਪਾਰਟੀਸਪੇਟ ਕੀਤਾ ਪਹਿਲਾਂ ਇੱਥੇ ਕਈ ਜਗ੍ਹਾ ਸੀ ਉੱਥੇ ਗਾਵਾਂ ਹੁੰਦੀਆਂ ਸੀ ਭੇਡਾਂ ਹੁੰਦੀਆਂ ਸੀ ਉਹਨਾਂ ਨੂੰ ਕਰਕੇ ਸਾਰਾ ਡਿਵੈਲਪ ਕਰਕੇ ਸਾਰੀ ਚੀਜ਼ ਨੂੰ ਡਿਵੈਲਪ ਕੀਤਾ ਉਸ ਤਰੀਕੇ ਦੇ ਨਾਲ ਸੜਕਾਂ ਬੜੀਆਂ ਸੋਹਣੀਆਂ ਜੋ ਵੀ ਕੰਮ ਕੀਤਾ ਹੁਣ ਸਾਨੂੰ ਇਹ ਗੱਲ ਹੈਗੀ ਹੈ ਕਿ ਜਦੋਂ ਲੋਕੀ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਚਾਹੀਦਾ ਵੀ ਜਦੋਂ ਸਿਟੀ ਆਫ ਸਰੀ 'ਚ ਆਉਣਾ ਇਹ ਸਾਡਾ ਮਾਣ ਹੈ ਸਾਡਾ ਪ੍ਰਾਈਡ ਹੈ ਇੱਕ ਕਿਸਮ ਦਾ ਸਾਡਾ ਇਹ ਸਭ ਤੋਂ ਵੱਡਾ ਘਰ ਹੈ ਤੇ ਜੇ ਅਸੀਂ ਸਿਸਟਮ ਦੇ ਵਿੱਚ ਰਹਿ ਕੇ ਸਾਰੀਆਂ ਗੱਲਾਂ ਨੂੰ ਇੰਪਰੂਵਮੈਂਟ ਕੀਤੀ ਹੈ ਘਰ ਚੰਗੇ ਲੋਕ ਬਣਾ ਰਹੇ ਨੇ ਸੋਹਣੇ ਬਣਾ ਰਹੇ ਨੇ ਆਪਣੇ ਘਰਾਂ ਦੇ ਬਾਹਰ ਲੋਕਾਂ ਦੇ ਫੁੱਲ ਚੰਗੇ ਲੱਗੇ ਨੇ ਸਫਾਈ ਬੜੀ ਹੋ ਰਹੀ ਹੈ ਬੜੀ ਕੰਟਰੀਬਿਊਸ਼ਨ ਸਾਡੀ ਕਮਿਊਨਿਟੀ ਕਰਦੀ ਪਈ ਹੈ ਪਰ ਇੱਕ ਸਾਨੂੰ ਹੋਰ ਕੰਮ ਕਰਨਾ ਪੈਣਾ ਸਾਰਿਆਂ ਨੂੰ ਕਿਉਂਕਿ ਆਪਾਂ ਕਾਫੀ ਇਨਵੋਲਵ ਹਾਂ ਬਾਹਰ ਜਾਂਦੇ ਹਾਂ ਲੋਕ ਇੱਕ ਦੂਜੇ ਨਾਲ ਗੱਲ ਕਰਦੇ ਹਾਂ ਥੋੜ੍ਹਾ ਜਿਹਾ ਜੇ ਆਪਾਂ ਡਿਸਿਪਲਿਨ ਕਰਕੇ ਤੇ ਇੱਕ ਦੂਜੇ ਨਾਲ ਕੋਆਰਡੀਨੇਟ ਕਰ ਲਈਏ ਖਾਸ ਕਰਕੇ ਸਮਰ ਦੇ ਵਿੱਚ ਹੁਣ ਫਾਰ ਐਗਜ਼ਾਮਪਲ ਕਿ ਇਹਨਾਂ ਨੇ ਤਾਂ ਕਹਿਤਾ ਤੁਸੀਂ ਪਾਰਕ ਵਿੱਚ ਨਹੀਂ ਅਸੀਂ ਸਰਵਿਸ ਨਹੀਂ ਪ੍ਰੋਵਾਈਡ ਕਰਨੀ ਤੇ ਜੇ ਹੁਣ ਘਰਾਂ ਦੇ ਵਿੱਚ ਕੋਈ ਫੰਕਸ਼ਨ ਹੈ ਤੇ ਆਪਾਂ ਕਿਸ ਤਰੀਕੇ ਨਾਲ ਮੈਨੇਜ ਕਰਨਾ ਕਿਸ ਤਰੀਕੇ ਨਾਲ ਇੱਕ ਦੂਸਰੇ ਨੂੰ ਇਨਫੋਰਮ ਕਰਨਾ ਜੇ ਸਪੋਜ਼ ਵੀ ਤੁਹਾਡੇ ਘਰ ਦੇ ਵਿੱਚ ਕੋਈ ਪਾਰਟੀ ਹੋ ਰਹੀ ਹੈ ਸੈਕੰਡ ਥਰਡ ਜਾਂ ਫੋਰਥ ਹਾਊਸ ਨਾਲ ਗੱਲਬਾਤ ਕਰਨੀ ਹੈ 12 ਵਜੇ ਤੋਂ ਬਾਅਦ ਮਿਊਜ਼ਿਕ ਨਹੀਂ ਜਿਹੜਾ ਬੜਾ ਲਾਊਡ ਨਹੀਂ ਲਾਣਾ ਕਿਉਂਕਿ ਫਿਰ ਉਹਦੇ ਵਿੱਚ ਮੁਸ਼ਕਲਾਂ ਆ ਰਹੀਆਂ ਪਾਰਕਿੰਗ ਦੀ ਪ੍ਰੋਬਲਮ ਆਉਣੀ ਹੈ ਸਮਰ ਦੇ ਵਿੱਚ ਇਸੇ ਕਰਕੇ ਕਿਉਂਕਿ ਇਹ ਬੜੇ ਸੋਹਣੇ ਤਰੀਕੇ ਨਾਲ ਇਹਨਾਂ ਨੇ ਸੋਚਿਆ ਨਹੀਂ ਕਿ ਅਸੀਂ ਤਾਂ ਕਹਿ ਰਹੇ ਹਾਂ ਵੀ ਕੋਵਿਡ ਵਾਇਰਸ ਤੋਂ ਨਿਕਲ ਕੇ ਲੋਕਾਂ ਨੇ ਬਾਹਰ ਜਾਣਾ ਸੈਰ ਕਰਨੀ ਹੈ ਆਪਣੀ ਮਾਨਸਿਕ ਜਿਹੜੇ ਰੋਗ ਨੇ ਉਹਨਾਂ ਨੂੰ ਜਾ ਕੇ ਕਿਸੇ ਨੇ ਯੋਗਾ ਕਰਨ ਜਾਣਾ ਕਿਸੇ ਨੇ ਕੋਈ ਮੰਦਿਰ ਜਾਣਾ ਮਸਜਿਦ ਜਾਣਾ ਵਾਕ ਕਰਕੇ ਜਾਣਾ ਕਿਸੇ ਨੇ ਲਾਇਬ੍ਰੇਰੀ ਜਾਣਾ ਕਿਸੇ ਨੇ ਕੋਈ ਪੜ੍ਹਨਾ ਕੁਛ ਨਾ ਕੁਛ ਕੰਮ ਕਰਨੇ ਨੇ ਤੇ ਜੇ ਤੁਸੀਂ $3-4 ਮਿਲੀਅਨ ਬਚਾਉਣ ਦੀ ਖਾਤਰ ਇਹ ਸਾਰਾ ਕੁਝ ਕਰ ਰਹੇ ਹੋ ਸਕਦਾ ਵੀ ਉਹਨਾਂ ਨੂੰ ਸਮਝ ਨਹੀਂ ਇਸ ਗੱਲ ਦੀ ਇੱਕ ਬੰਨੇ ਕਹਿ ਰਹੇ ਨੇ ਕਿ ਤੁਸੀਂ ਸਪੈਸ਼ਲ ਪਰਮਿਟ ਲਈ ਅਪਲਾਈ ਕਰੋ ਦੂਸਰੇ ਪਾਸੇ ਆ ਜਿਹੜਾ ਇਹਨਾਂ ਨੇ ਕੰਮ ਸ਼ੁਰੂ ਕਰਤਾ ਸੋ ਜਿਹੜਾ ਕਿਉਂਕਿ ਇਹਦੇ ਨਾਲ ਅਲਟੀਮੇਟਲੀ ਜੇ ਤੁਸੀਂ ਕੈਨੇਡਾ ਤੋਂ ਵਿੱਚ ਬਾਹਰ ਟਰੈਵਲ ਕਰਦੇ ਹੋ ਜਿੰਨੇ ਸੌਂਗਸ ਨੇ ਜਾਂ ਜਿੰਨੀਆਂ ਗੱਲਾਂ ਨੇ ਜਦੋਂ ਕਲਚਰਲੀ ਆਉਂਦਾ ਸੈਂਸਿਟਿਵ ਏਰੀਆ ਉਹ ਪੰਜਾਬ ਦੇ ਲੋਕਾਂ ਦਾ ਇੰਡੀਅਨ ਸਬ ਕੰਟੀਨੈਂਟ ਦਾ ਸਰੀ ਦਾ ਨਾਂ ਆਉਂਦਾ ਸਰੀ ਦੇ ਨਾਂ ਦੇ ਵਿੱਚ ਜਿਹੜਾ ਨਾ ਕਈ ਵਾਰੀ ਗੱਲ ਕਰਨਗੇ ਤੁਸੀਂ ਕਿੱਥੋਂ ਦੇ ਹੋ ਸਰੀ ਦੇ ਅੱਛਾ ਦੈਟ ਮੀਨਸ ਕਈ ਵਾਰੀ ਬੜੇ ਹੋਰ ਤਰੀਕੇ ਨਾਲ ਪੁੱਠੇ ਤਰੀਕੇ ਨਾਲ ਗੱਲ ਕਰਦੇ ਨੇ ਕਿਉਂਕਿ ਕਈ ਵਾਰੀ ਨਿਊਜ਼ ਜਿਹੜੀਆਂ ਨੇ ਇਸ ਤਰੀਕੇ ਨਾਲ ਫੈਲੀਆਂ ਨੇ ਵੀ ਪਤਾ ਨਹੀਂ ਇੱਥੇ ਕੀ ਹੋ ਰਿਹਾ ਪਰ ਤੁਸੀਂ ਦੇਖ ਲਓ ਪਿਛਲੇ 2-3 ਸਾਲਾਂ ਦੇ ਵਿੱਚ ਕਲੈਕਟਿਵਲੀ ਕਿੰਨੀ ਕੰਟਰੀਬਿਊਸ਼ਨ ਸਾਡੇ ਲੋਕਾਂ ਦੀ ਸੋ ਇਹ ਹੈਗਾ ਕਿ ਆਪਾਂ ਨੂੰ ਇੱਕ ਦੂਜੇ ਨਾਲ ਕੋਆਪਰੇਟ ਕਰਨਾ ਪੈਣਾ
ਪਾਰਕਸ ਨੇ ਸਾਡੇ ਸਾਰੇ ਘਰਾਂ ਦੇ ਆਲੇ ਦੁਆਲੇ, ਉਹਨਾਂ ਨੂੰ ਮੇਨਟੇਨ ਕਰਨ ਵਾਸਤੇ ਜਾਂ ਉਹਨਾਂ ਵਿੱਚ ਕਨੈਕਸ਼ਨ ਕਰਨ ਵਾਸਤੇ ਇਹ ਸਾਨੂੰ ਦਿਖਾਉਣਾ ਪੈਣਾ ਵੀ ਸਾਡਾ ਪ੍ਰਾਈਡ ਹੈ, ਸਾਡਾ ਮਾਣ ਹੈ, ਤਾਂ ਕਿ ਜਿਹੜੇ ਸਾਡੇ ਬੱਚੇ ਨੇ ਉਹ ਜਿਹੜੇ ਨਾ ਉਹਨਾਂ 'ਚ ਫੀਲਿੰਗ ਆ ਰਹੀ ਹੈ ਵੀ ਅਸੀਂ ਲੋਕ ਸਿਰਫ ਇੱਥੋਂ ਦੀ એનર્ਜੀ ਨੂੰ ਟੋਟਲੀ ਇਕਨੋਮਿਕ ਤੌਰ ਤੇ ਯੂਜ਼ ਕਰਨਾ ਚਾਹੁੰਦੇ ਹਾਂ, ਪਰ ਅਸੀਂ ਕੰਟਰੀਬਿਊਟ ਨਹੀਂ ਕਰਨਾ ਚਾਹੁੰਦੇ। ਉਹ ਟਰੂ ਨਹੀਂ ਹੈਗਾ, ਕਿਉਂਕਿ ਜੇ ਤੁਸੀਂ ਕੋਈ ਡਿਵੈਲਪਮੈਂਟ ਕੀਤੀ ਉਹਦੇ ਆਲੇ ਦੁਆਲੇ ਪਾਰਕ ਬਣਿਆ ਜਾਂ ਕੋਈ ਹੋਰ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰਦੇ ਪਏ ਨੇ ਡਿਵੈਲਪਰ ਸਾਰੇ, ਤੇ ਉਹਦੇ ਨਾਲ ਇਹ ਬੈਸਟ ਤਰੀਕਾ ਕਿ ਇਸ ਚੀਜ਼ ਨੂੰ ਆਪਾਂ ਹੋਰ ਅੱਗੇ ਲਈਏ, ਇਹਨੂੰ ਕਰੀਏ ਵੀ ਜਿਸ ਤਰ੍ਹਾਂ ਕਿ ਤੁਸੀਂ ਹੁਣ ਜਦੋਂ ਵੈਨਕੂਵਰ ਤੋਂ ਸਰੀ ਵਾਲੇ ਪਾਸੇ ਆਉਂਦੇ ਹੋ, ਛੋਟੇ ਜਿਹੇ ਸਾਈਨ ਨੇ ਵੀ ਵੈਲਕਮ ਟੂ ਸਰੀ, ਕੋਈ ਚੰਗਾ ਸਾਈਨ ਹੋਏ ਜਿਹੜਾ ਸਾਡੀ ਜਿਹੜੀ ਸਰੀ ਦੀ ਜਿਹੜੀ ਹੈ ਨਾ ਵਾਈਬਰੈਂਟ ਕਮਿਊਨਿਟੀਜ਼, ਜਿਹੜੀ ਸਾਡੀ ਇੱਥੋਂ ਦੀ ਪ੍ਰੋਗਰੈਸ ਹੈ, ਜਿਹੜਾ ਸਾਡਾ ਤੇ ਕਲਚਰਲ ਆਇਡੈਂਟੀਟੀ ਹੈ, ਉਹਦੇ ਬਾਰੇ ਵੀ ਕੋਈ ਗੱਲ ਨਹੀਂ ਹੈਗੀ। ਸਿਰਫ ਬਸ ਲੁਕ ਛੁਪ ਕੇ ਕੰਮ ਹੁੰਦਾ, ਪਤਾ ਨਹੀਂ ਕਿਉਂਕਿ ਡਰਨ ਵਾਲੀ ਕਿਹੜੀ ਗੱਲ ਹੈ ਜਦੋਂ ਲੋਕੀ ਇੱਥੇ 100 ਸਾਲ ਦੇ ਬੈਠੇ ਨੇ, ਪਿਛਲੇ ਐਟਲੀਸਟ 40 ਸਾਲਾਂ ਦੇ ਵਿੱਚ ਤੇ ਲੋਕ ਇੱਥੇ ਸਰੀ ਵਿੱਚ ਬੈਠੇ ਨੇ, ਉਹਨਾਂ ਨੇ ਸਰੀ ਨੂੰ ਡਿਵੈਲਪ ਕੀਤਾ। ਸਰੀ ਦਾ ਐਲੈਕਸ ਫਰੇਜ਼ਰ ਬ੍ਰਿਜ ਤੋਂ ਬਾਅਦ ਹੀ ਸਾਰਾ ਕੁਝ ਹੋਇਆ। ਆਪਣੇ ਲੋਕਾਂ ਨੇ ਜ਼ਮੀਨਾਂ ਖਰੀਦੀਆਂ, ਜ਼ਮੀਨਾਂ ਵੱਧ ਗਈਆਂ, ਪੈਸੇ ਬਣ ਗਏ, ਡਿਵੈਲਪਮੈਂਟਸ ਹੋ ਗਈਆਂ, ਸਕੂਲਸ ਬਣ ਗਏ, ਇਨਫਰਾਸਟ੍ਰਕਚਰ ਬਣ ਗਿਆ। ਪਰ ਇਹਨੂੰ ਨੈਕਸਟ ਲੈਵਲ ਦੇ ਕਰਨ ਦਾ ਕਾਰਨ ਇੱਕ ਸਾਡੇ ਮਾਣ ਜਾਂ ਜਿਹੜਾ ਹੁੰਦਾ ਨਾ ਇਹ ਪ੍ਰਾਈਡ ਕਿ ਮੈਂ ਸਰੀ ਨੂੰ ਬਿਲੋਂਗ ਕਰਨਾ, ਤੇ ਸਰੀ ਦੇ ਵਿੱਚ ਸਫਾਈ ਹੈ, ਸਰੀ ਦੇ ਵਿੱਚ ਡਿਸਿਪਲਿਨ ਹੈ, ਸਰੀ ਦੇ ਵਿੱਚ ਇੱਕ ਦੂਸਰੇ ਦੀ ਕੇਅਰ ਕਰਨੇ, ਇੱਕ ਦੂਸਰੇ ਨੂੰ ਪੁੱਛਣੇ ਆ, ਇੱਕ ਦੂਸਰੇ ਨਾਲ ਗੱਲਬਾਤ ਕਰਦੇ ਆ। ਉਹ ਜਿਹੜੇ ਮੂਵਮੈਂਟ ਹੈ ਨਾ ਹੁਣ ਲੋਕਾਂ ਨੇ ਸ਼ੁਰੂ ਕੀਤੀ ਹੈ, ਕਾਫੀ ਲੋਕੀ ਇਸ ਬਾਰੇ ਗੱਲ ਕਰਦੇ ਪਏ ਨੇ, ਤੇ ਮੈਂ ਚਾਹੁੰਦਾ ਵੀ ਤੁਹਾਡੇ ਥਰੂ, ਤੁਹਾਡੇ ਸਟੇਸ਼ਨ ਦੇ ਥਰੂ, ਤੁਹਾਡੇ ਥਰੂ ਪ੍ਰੋਫੈਸਰ ਸਾਹਿਬ ਲੋਕਾਂ ਨੂੰ ਥੋੜ੍ਹਾ ਜਿਹਾ ਕਹੀਏ ਵੀ ਇਸ ਚੀਜ਼ ਨੂੰ ਹੋਰ ਵਧਾਈਏ। ਜਿਹੜੀ ਨਾ ਸਾਡੀ ਕੋਆਰਡੀਨੇਸ਼ਨ ਹੈ ਇੱਕ ਕਿਸਮ ਦੀ, ਇਹ ਬੜੀ ਪੋਜ਼ਿਟਿਵ ਹੈ, ਕਿਉਂਕਿ ਜਿਹੜੀ ਇਹ ਤੁਹਾਡੀ ਪਹਿਲੀ ਸਟੋਰੀ ਦੇ ਨਾਲ ਇਹਦਾ ਬੜਾ ਵੱਡਾ ਕਨੈਕਸ਼ਨ ਹੈ। ਕਨੈਕਸ਼ਨ ਤਾਂ ਹੈ ਕਿ ਇੱਕ ਕਮਿਊਨਿਟੀ ਹੈ ਜਿਹਦੇ ਵਿੱਚ ਕਿ ਮੋਸਟ ਡਿਵਰਸੀਫਾਈਡ ਕਮਿਊਨਿਟੀ ਹੈ ਕੈਨੇਡਾ ਦੇ ਵਿੱਚ, ਸਰੀ ਦੇ ਵਿੱਚ। ਕਿਸ ਤਰੀਕੇ ਨਾਲ ਲੋਕੀ ਰੇਸ਼ੀਅਲ ਹਾਰਮੋਨੀ ਨਾਲ ਰਹਿ ਰਹੇ ਨੇ, ਇੱਕ ਦੂਜੇ ਨਾਲ ਡੀਲ ਕਰਦੇ ਨੇ, ਇੱਕ ਦੂਜੇ ਦੀਆਂ ਸ਼ਾਦੀਆਂ 'ਚ ਪਾਰਟੀਸਪੇਟ ਕਰਦੇ ਪਏ ਨੇ, ਇੱਕ ਦੂਜੇ ਦੇ ਫੰਕਸ਼ਨਸ ਪਾਰਟੀਸਪੇਟ ਕਰਦੇ ਪਏ ਨੇ। ਕਦੀ ਕੋਈ ਗੱਲ ਹੋਈ ਹੈ ਤੇ ਕਦੀ ਇਹੋ ਜਿਹੀ ਗੱਲ ਨਹੀਂ ਹੋਈ। ਕਿਉਂਕਿ ਕਮਿਊਨੀਕੇਸ਼ਨ ਹੈਗਾ, ਗੱਲਬਾਤ ਹੈਗੀ ਹੈ, ਪ੍ਰੋਗਰੈਸ ਹੈਗੀ, ਇੱਕ ਦੂਜੇ ਨਾਲ ਮੇਲ ਜੋਲ ਹੈਗਾ। ਸੋ ਜੇ ਕਿਸੇ ਨੇ ਲੈਸਨ ਸਿੱਖਣਾ ਤੇ ਇਸ ਪਾਸੇ ਆ ਕੇ ਇੱਥੋਂ ਮਾਡਲ ਲਾਓ, ਪਰ ਇਸ ਚੀਜ਼ ਨੂੰ ਅੱਗੇ ਖੜਦੇ ਨਹੀਂ ਪਏ, ਕਿਉਂਕਿ ਜਿਹੜੇ ਛੋਟੇ ਇਹਨਾਂ ਦੇ ਆਪਣੇ ਛੋਟੇ ਇੰਟਰਸਟ ਨੇ ਜਿਨ੍ਹਾਂ ਦਾ ਮਤਲਬ ਕੋਈ ਨਹੀਂ ਹੈਗਾ। ਐਟ ਦੀ ਐਂਡ ਆਫ ਦੀ ਡੇ ਆ 3 ਮਹੀਨਿਆਂ 'ਚ ਵੇਖ ਹੀ ਲਿਆ, ਬੜੇ ਵੱਡੀਆਂ ਫੂਕਾਂ ਮਾਰਨ ਦਾ ਕੋਈ ਫਾਇਦਾ ਨਹੀਂ। ਜਿਹੜੀ ਕੁਦਰਤ ਹੈ ਉਹ ਸਾਰਿਆਂ ਨੂੰ ਵਿਖਾ ਦਿੰਦੇ ਨਜ਼ਾਰੇ। ਸੋ ਇਸ ਕਰਕੇ ਸਰੀ ਦਾ ਜਿਹੜਾ ਪ੍ਰਾਈਡ ਹੈ, ਸਰੀ ਨੂੰ ਅੱਗੇ ਕਰਨਾ ਸਾਡੇ ਸਾਰਿਆਂ ਦਾ ਫਰਜ਼ ਬਣਦਾ। ਅਸੀਂ ਹੁਣ ਇੱਥੇ ਰਹਿ ਰਹੇ ਹਾਂ, ਸਾਰੇ ਕੰਟਰੀਬਿਊਟ ਕਰਦੇ ਪਏ ਹਾਂ। ਸੋ $3-4 ਮਿਲੀਅਨ ਬਚਾਉਣ ਦੀ ਖਾਤਰ ਆ ਜਿਹੜੇ ਪਾਰਕਾਂ ਦਾ ਕੰਮ ਕੀਤਾ ਬੰਦ ਕਰਨ ਦਾ, ਜਾਂ ਉਹਨਾਂ ਨੂੰ ਸਰਵਿਸ ਨਾਈਟ ਪ੍ਰੋਵਾਈਡ ਕਰਨ ਦਾ, ਆਈ ਥਿੰਕ ਸਮਬਡੀ ਹੈਜ਼ ਟੂ ਟਾਕ ਟੂ ਦੈਮ ਵੀ ਸਟਾਪ ਦਿਸ ਨੌਨਸੈਂਸ, ਬਿਕਾਜ਼ ਤੁਸੀਂ ਸਮਝਦੇ ਹੋ ਵੀ ਲੋਕਾਂ ਨੂੰ ਸਮਝ ਨਹੀਂ ਹੈਗੀ। ਇੱਕ ਬੰਨੇ ਕਹਿ ਰਹੇ ਹੋ ਵਾਕ ਕਰੋ, ਦੂਸਰੇ ਬੰਨੇ ਕਹਿ ਰਹੇ ਹੋ ਤੁਸੀਂ ਪਰਮਿਟ ਲਓ, ਥਰਡ ਬੰਨੇ ਕਹਿ ਰਹੇ ਹੋ ਵੀ ਅਸੀਂ ਤੁਹਾਨੂੰ ਸਰਵਿਸ ਪ੍ਰੋਵਾਈਡ ਨਹੀਂ ਕਰਨੀ। ਮਿਲੀਅਨਸ ਆਫ ਡਾਲਰ ਤੁਸੀਂ ਵੇਸਟ ਕਰਦੇ ਪਏ ਹੋ ਬਾਕੀ ਗੱਲਾਂ 'ਤੇ। ਕੈਂਸਲੇਸ਼ਨ ਆਫ ਕਈ ਗੱਲਾਂ ਦੀ ਹੋਈ ਹੈ। ਅਸੀਂ ਤੇ ਉਸ ਗੱਲ 'ਤੇ ਮੈਂ ਨਹੀਂ ਚਾਹੁੰਦਾ ਵੀ ਗੱਲ ਕਰੀਏ, ਪਰ ਇੱਕ ਕਿਸਮ ਦਾ ਐਜ਼ ਏ ਟੈਕਸ ਪੇਅਰ ਜਦੋਂ ਹਰ ਸਾਲ ਜਦੋਂ ਟੈਕਸ ਪੇ ਤੁਸੀਂ ਕਰਦੇ ਪਏ ਹੋ, ਸਰਵਿਸ ਲਈ ਕਰਦੇ ਪਏ ਹੋ, ਕਾਹਦੇ ਵਾਸਤੇ ਕਰਦੇ ਹੋ? ਜੇ ਸਰਵਿਸ ਕੀ ਹੈ ਤੁਹਾਡੀ ਪਾਰਕਸ ਵਾਸਤੇ, ਤੁਹਾਡੀ ਜਿਹੜੀਆਂ ਇਨਫਰਾਸਟ੍ਰਕਚਰ ਵਾਸਤੇ, ਕਲੀਨਨੈਸ ਵਾਸਤੇ, ਤੁਹਾਡੀ ਜਿਹੜੀਆਂ ਬਿਊਟੀਫਿਕੇਸ਼ਨ ਵਾਸਤੇ ਕਿਉਂ ਨਹੀਂ ਹੋ ਰਿਹਾ ਕੰਮ? ਸੋ ਆਪਣੀ ਗੱਲ ਚੱਲ ਰਹੀ ਹੈ ਡਾਕਟਰ ਗੁਲਜ਼ਾਰ ਚੀਮਾ ਨਾਲ, ਤੇ ਅੱਜ ਫੋਕਸ ਸਾਡਾ ਜਿਹੜਾ ਸਵਿਚ ਹੋ ਕੇ ਸਰੀ ਤੇ ਆ ਗਿਆ। ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਆਪਣੀ ਬਹੁਤ ਵੱਡੀ ਤਾਦਾਦ ਦੇ ਵਿੱਚ ਆਪਣੀ ਕਮਿਊਨਿਟੀ ਸਰੀ ਦੇ ਵਿੱਚ ਰਹਿ ਰਹੀ ਹੈ, ਤੇ ਜਦੋਂ ਕਮਿਊਨਿਟੀ ਵੱਧਦੀ ਹੈ ਤੇ ਪਾਪੂਲੇਸ਼ਨ ਵੱਧਦੀ ਹੈ ਤੇ ਪ੍ਰੋਬਲਮਸ ਵੀ ਉਹਦੇ 'ਚ ਕ੍ਰੀਏਟ ਹੁੰਦੀ ਹੈ। ਸੋ ਸਾਡਾ ਪ੍ਰੋਗਰਾਮ ਬੈਲ 24/24 ਚੈਨਲ ਤੇ ਚੱਲ ਰਿਹਾ, ਟੈਲਸ 24/24 ਤੇ ਸਾਂਝਾ ਟੀਵੀ ਦੀ ਫੇਸਬੁੱਕ ਤੇ। ਜੇ ਤੁਹਾਡੇ ਕੋਲ ਇਹ ਚੈਨਲ ਨਹੀਂ, ਤੁਸੀਂ ਲੌਗਇਨ ਕਰ ਸਕਦੇ ਹੋ, ਪਬਲਿਕਲੀ ਓਪਨ ਹੈ। ਮੇਰੀ ਫੇਸਬੁੱਕ ਤੇ ਤੁਸੀਂ ਇਹ ਪ੍ਰੋਗਰਾਮ ਨੂੰ ਲਾਈਵ ਦੇਖ ਸਕਦੇ ਆ। ਸੋ ਜਿੰਨੇ ਵੀ ਸਰੀ ਦੇ ਵਿਛਿੰਦੇ ਜਾਂ ਐਨੀਵੇਅਰ ਸਾਡੇ ਨੰਬਰ ਚੱਲ ਰਿਹਾ ਵਰਲਡ ਵਾਈਡ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਕਿਉਂਕਿ ਇਹ ਸ਼ੋਅ ਸਾਰੀ ਦੁਨੀਆ ਦੇ ਵਿੱਚ ਜਾ ਰਿਹਾ, ਇਨਕਲੂਡਿੰਗ ਅਮਰੀਕਾ। ਡਿਸ਼ ਨੈਟਵਰਕ 'ਤੇ ਵੀ ਇਹ ਸਾਡਾ ਹੈਗਾ ਆ। ਸੋ ਕੋਈ ਵੀ ਤੁਹਾਡੇ ਕਰੰਟ ਇਸ਼ੂਜ਼ ਸਰੀ ਦੇ ਬਾਰੇ ਜੇ ਖਾਸ ਕਰਕੇ ਹੈਗੇ ਆ, ਕਿਉਂਕਿ ਡਾਕਟਰ ਸਾਹਿਬ ਸਰੀ ਦੇ ਵਸਿੰਦੇ ਆ, ਮੈਂ ਵੀ ਸਰੀ 'ਚ ਰਹਿਣਾ ਹੁਣ। ਸੋ ਇਸ ਕਰਕੇ ਇਹ ਆਪਣੇ ਕਾਮਨ ਕੰਸਰਨ ਤੇ ਕਾਮਨ ਇਹ ਇੰਟਰਸਟ ਹੈਗੇ। ਡਾਕਟਰ ਸਾਹਿਬ, ਮੈਂ ਜਿਵੇਂ ਆਪਦੇ ਐਡੀਟੋਰੀਅਲ 'ਚ ਕਿਹਾ ਸੀ, ਜਿਹੜਾ ਅਮਰੀਕਾ ਦੇ ਵਿੱਚ ਸਿਸਟੈਮਿਕ ਰੇਸਿਜ਼ਮ ਦੀ ਮੈਂ ਗੱਲ ਕੀਤੀ ਸੀਗੀ, ਸੋ ਆਪਣਾ ਵੈਰੀ ਡਾਈਵਰਸਡ ਕਮਿਊਨਿਟੀ ਹੈਗੀ ਹੈ। ਤੇ ਜਿਵੇਂ ਤੁਸੀਂ ਦੱਸਿਆ ਕਿ ਆਪਣੇ ਜਦੋਂ ਪ੍ਰੋਗਰਾਮ ਵਿਆਹ ਸ਼ਾਦੀਆਂ ਜਾਂ ਇਸ ਤੋਂ ਕੋਵਿਡ ਤੋਂ ਪਹਿਲਾਂ ਸੀਗੀ, ਉੱਥੇ ਆਪਾਂ ਸਾਰੀਆਂ ਕਮਿਊਨਿਟੀਆਂ ਰਲ ਮਿਲ ਕੇ ਸੈਲੀਬ੍ਰੇਟ ਕਰਦੇ। ਦੇਖੋ ਜਿਹੜਾ ਨਾ
ਜਿਹੜੀ ਕੋਆਪਰੇਸ਼ਨ ਹੈ ਜਿਹੜੀ ਸਰੀ ਦੇ ਵਿੱਚ ਡਿਫਰੈਂਟ ਕਮਿਊਨਿਟੀਜ਼ ਦੀ ਬਹੁਤ ਅੱਛੇ ਤਰੀਕੇ ਨਾਲ ਹੋ ਰਹੀ ਹੈ। ਸੋ ਮੈਂ ਨਾ ਇਸ ਤੋਂ ਪਹਿਲਾਂ ਕਿ ਮੈਂ ਇਸ ਤੁਹਾਡੀ ਗੱਲ ਦਾ ਜਵਾਬ ਦਿਆਂ, ਮੈਂ ਗੱਲ ਇਹ ਕਰਨੀ ਚਾਹੁੰਦਾ ਕਿ ਆਮ ਤੌਰ 'ਤੇ ਬਾਹਰ ਕੀ ਹੁੰਦਾ, ਕਹਿਣਗੇ ਵੀ ਇਹ ਲੋਕਾਂ ਨੇ ਵੱਡੇ ਵੱਡੇ ਘਰ ਬਣਾ ਲਏ, ਇਹਨਾਂ ਨੇ ਜੀ ਬੇਸਮੈਂਟ ਤਿਆਰ ਕਰ ਲਈ ਹੈ, ਇਹਨਾਂ ਨੇ ਇਹ ਕਰ ਲਿਆ ਉਹ ਕਰ ਲਿਆ, ਪਰ ਨਾਲ ਇਹ ਦੇਖੋ ਕਿ ਜਿਹੜੀ ਅਫੋਰਡੇਬਲ ਹਾਊਸਿੰਗ ਹੈ ਉਹ ਤੇ ਹੈ ਨਹੀਂ ਇੱਥੇ। ਜੇ ਹੁਣ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਬੇਸਮੈਂਟਸ ਨੇ, ਉਹਨਾਂ ਵਿੱਚ ਲੋਕਾਂ ਨੂੰ ਤੁਸੀਂ ਅਕੋਮੋਡੇਸ਼ਨ ਪ੍ਰੋਵਾਈਡ ਕਰਦੇ ਪਏ ਹੋ। ਵੈਨਕੂਵਰ ਦੇ ਵਿੱਚ ਤੇ ਕਹਿ ਰਹੇ ਵੀ ਬੈਕ ਲੇਨ 'ਚ ਘਰ ਬਣਾ ਲਓ, ਤੇ ਉਹ ਕੋਚ ਹਾਊਸ ਬਣਾ ਲਓ ਤਾਂ ਕਿ ਤੁਸੀਂ ਉਹਨੂੰ ਸਬਸਿਡਾਈਜ਼ ਕਰ ਸਕੋ। ਹੁਣ ਜਿਹੜਾ ਇਸ ਟਾਈਮ ਦੇ ਵਿੱਚ ਆਪਣੇ ਲੋਕਾਂ ਨੇ ਬੜੀ ਵੱਡੀ ਇਨੋਵੇਸ਼ਨ ਦਿਖਾ ਕੇ ਤੇ ਕੰਮ ਕੀਤਾ ਕੁਝ ਸਾਲਾਂ ਤੋਂ, ਤੇ ਇਹ ਬੜੀ ਮਾਣ ਦੀ ਗੱਲ ਹੈ। ਕਈ ਵਾਰੀ ਕਹਿਣਗੇ ਵੀ ਇਹ ਬੜੇ ਜੀ ਘਰ ਇਹਨਾਂ ਨੇ ਜੀ ਮੈਗਾ ਹਾਊਸਿਸ ਬਣਾ ਲਏ ਨੇ, ਜਿਹੜੇ ਬਹੁਤ ਵੱਡਿਆਂ ਦੀ ਗੱਲ ਨਹੀਂ ਕਰਦਾ, ਜਿਹੜੇ ਐਵਰੇਜ ਹਾਊਸ ਨੇ, ਜਿਹੜੇ ਕਿ ਰੀਜ਼ਨੇਬਲ ਤਰੀਕੇ ਨਾਲ ਦੋ ਦੋ ਬੇਸਮੈਂਟ ਜਾਂ ਇੱਕ ਬੇਸਮੈਂਟ ਹੈਗੀ ਜਾਂ ਉਹ ਸੋਹਣੇ ਲੱਗਦੇ ਪਏ ਨੇ। ਜਿਹੜੀ ਹੁਣ ਜੇ ਆਪਣੇ ਲੋਕਾਂ ਨੂੰ ਇਸ ਚੀਜ਼ ਬਣਾਉਣ ਦੀ ਅਕਲ ਹੈਗੀ ਹੈ, ਰਿਸੋਰਸਿਸ ਹੈਗੇ ਨੇ, ਇਹ ਹੈਗਾ ਸੈਂਸ ਆਫ ਪ੍ਰਾਈਡ। ਇਹਦੇ ਵਿੱਚੋਂ ਸਾਨੂੰ ਇਹ ਨਹੀਂ ਵੀ ਸਾਨੂੰ ਕਰਨਾ ਚਾਹੀਦਾ ਵੀ ਆਪਾਂ ਕਿਉਂ ਇਹ ਕੰਮ ਕਰਨੇ ਪਏ ਹਾਂ। ਜਿਹੜੀ ਵੀ ਚੀਜ਼ ਕਰਦੇ ਆ ਟੌਪ ਦੀ ਕਰਦੇ ਪਏ ਹਾਂ। ਸਾਰਿਆਂ ਨੂੰ ਪਤਾ ਵੀ ਅਸੀਂ ਹਾਰਡ ਵਰਕ ਕਰਨੇ ਆ, ਹਾਰਡ ਵਰਕ ਕਰਕੇ ਉਹਦੀ ਅਚੀਵਮੈਂਟਸ ਕੀਤੀਆਂ, ਸ਼ੋਅ ਕਰਨੇ ਪਏ ਆ, ਕੰਟਰੀਬਿਊਟ ਕਰਨੇ ਪਏ ਆ। ਸੋ ਜਿਹੜਾ ਸਰੀ ਦੇ ਵਿੱਚ ਜਿਹੜਾ ਨਾ ਸਿਸਟਮ, ਸਾਨੂੰ ਇਹਦੇ 'ਤੇ ਮਾਣ ਦੀ ਗੱਲ ਹੈ, ਅਤੇ ਇਸ ਤੋਂ ਸਾਨੂੰ ਸ਼ਾਈ ਨਹੀਂ ਹੋਣਾ ਚਾਹੀਦਾ, ਅਤੇ ਐਕਸਪ੍ਰੈਸਿੰਗ ਆਵਰ ਓਪੀਨੀਅਨ ਕਿ ਅਸੀਂ ਕੰਟਰੀਬਿਊਟ ਕਰਨੇ ਆ। ਐਂਡ ਇਸ ਚੀਜ਼ ਨੂੰ ਬਿਊਟੀਫਿਕੇਸ਼ਨ ਵਾਲੇ ਪਾਸੇ ਖੜੀਏ, ਸਫਾਈ ਵਾਲੇ ਪਾਸੇ ਗੱਲ ਕਰੀਏ, ਡਿਸਿਪਲਿਨ ਦੀ ਗੱਲ ਥੋੜ੍ਹੀ ਜਿਹੀ ਕਰਨੀ ਪੈਣੀ ਹੈ, ਟਰਾਂਸਪੋਰਟੇਸ਼ਨ ਦੀ ਗੱਲ ਕਰਨੀ ਪੈਣੀ ਹੈ, ਪੁਲਿਸ ਦੀ ਗੱਲ ਕਰਨੀ ਪੈਣੀ ਹੈ। ਹੁਣ ਹਰ ਜਗ੍ਹਾ ਦੇ ਵਿੱਚ ਕਿ ਜੇ ਲੱਗਾ ਵੀ RCMP ਹੋਏ ਜਾਂ ਸਿਟੀ ਪੁਲਿਸ ਹੋਏ, ਦੇਖੋ ਕਿੱਡਾ ਵੱਡਾ ਇਸ਼ੂ ਹੈ। ਇਲੈਕਸ਼ਨ ਦੇ ਵਿੱਚ ਫੈਸਲਾ ਹੋਇਆ, ਅਸੀਂ ਲੋਕਾਂ ਸਾਰਿਆਂ ਨੇ ਪਾਰਟਿਸਿਪੇਟ ਕੀਤਾ, ਪਰ ਇਹ ਨਹੀਂ ਵਿਚਾਰ ਕੀਤਾ ਵੀ ਕਿ ਇਸ ਚੀਜ਼ ਨੂੰ ਕਿਹੜੇ ਪਾਸੇ ਖੜਨਾ। ਕਿਸੇ ਨੇ ਕੋਈ ਬੈਲਟ ਤੇ ਨਹੀਂ ਪਾਇਆ ਇਹਦੇ ਕੰਮ ਦੇ ਵਿੱਚ, ਕੋਈ ਰੈਫਰੈਂਡਮ ਤੇ ਨਹੀਂ ਸਾ ਹੋਇਆ। ਇਹਦਾ ਇਸ਼ੂਸ ਇਲੈਕਸ਼ਨ ਦੇ ਵਿੱਚ 50 ਹੁੰਦੇ ਨੇ ਤੁਹਾਡੇ ਮੈਨੀਫੈਸਟੋ, ਇਹ ਤਾਂ ਨਹੀਂ ਵੀ ਹਰ ਮੈਨੀਫੈਸਟੋ ਤੁਹਾਨੂੰ ਲੋਕਾਂ ਨੇ ਅਪਰੂਵ ਕਰਤਾ। ਸੋ ਇਸ ਕਰਕੇ ਕਈ ਲੋਕਾਂ ਦੇ ਇਹਦੇ ਬਾਰੇ ਸਵਾਲ ਨੇ, ਕਿਉਂਕਿ ਜਿਹੜੀ ਸੋਸ਼ਲ ਸਰਵਿਸਿਜ਼ ਦੀ ਗੱਲ ਹੋ, ਪ੍ਰੋਵਿੰਸ ਦਾ ਕੰਮ ਹੈ, ਜਿਹੜਾ ਸਿਟੀ ਦੇ ਵਿੱਚ ਪੁਲਿਸ ਦਾ ਕੰਮ ਹੈ। ਵੈਨਕੂਵਰ ਵਿੱਚ ਆਫ ਕੋਰਸ ਹੈਗੀ ਹੈ ਪੁਲਿਸ, ਉਹਨਾਂ ਦੀ ਲੋਕਲ, ਡੈਲਟਾ ਵਿੱਚ ਪੁਲਿਸ ਹੈਗੀ ਹੈ, ਪਰ ਜਿਹੜਾ ਵੈਲ ਥਾਟ ਆਊਟ ਪ੍ਰੋਸੈਸ ਹੈ ਕਿ ਜਾ ਕੇ ਕਮਿਊਨਿਟੀ ਵਿੱਚ ਲੋਕਾਂ ਨਾਲ ਗੱਲਬਾਤ ਕਰਕੇ ਇਨਫੋਰਮੇਸ਼ਨ ਲੈ ਕੇ, ਕਿਉਂਕਿ ਅਲਟੀਮੇਟਲੀ ਕੀ ਗੱਲ ਹੈ ਕਿ ਸਰੀ ਦਾ ਪ੍ਰਾਈਡ ਵਧਣਾ ਚਾਹੀਦਾ। ਸਰੀ ਦੇ ਵਿੱਚ ਜਿਹੜੀਆਂ ਐਕਟੀਵਿਟੀਜ਼ ਨੇ ਆਪਣਿਆਂ ਬੱਚਿਆਂ ਕਰਕੇ, ਕਈਆਂ ਨੂੰ ਮੁਸ਼ਕਲਾਂ ਆ ਰਹੀਆਂ ਨੇ, ਕਈਆਂ ਨੂੰ ਕਮਿਊਨੀਕੇਸ਼ਨ ਦੀ ਪ੍ਰੋਬਲਮ ਹੈ, ਕਈਆਂ ਨੂੰ ਡਰੱਗ ਇਸ਼ੂਜ਼ ਨੇ, ਕਈ ਚੀਜ਼ਾਂ ਨੇ ਜਿਹੜੀਆਂ ਕੰਬਾਈਨ ਹੋ ਕੇ ਉਹ ਕਲੈਕਟਿਵ ਪ੍ਰੋਬਲਮ ਹੈ ਸਾਰਿਆਂ ਦੀ। ਅਤੇ ਕਿਉਂਕਿ ਅਸੀਂ ਜਿਹੜੇ ਹਾਲਾਤ 'ਚੋਂ ਲੋਕ ਆਏ ਹਾਂ, ਜਿਹੜੀ ਸਾਡੀ ਸੱਭਿਅਤਾ, ਸਾਡਾ ਤਾਂ ਇਹ ਹੁੰਦਾ ਸੀ ਵੀ ਬੱਚੇ ਨੂੰ ਪਿੰਡ ਕਰਦਾ ਸੀ ਰੇਸ, ਸਰੀ ਵੀ ਪਿੰਡ ਹੀ ਹੈ। ਜੇ ਸੋਚ ਵੀ ਗੁਆਂਢੀ ਦੇ ਬੱਚਿਆਂ ਨੂੰ ਪ੍ਰੋਬਲਮ ਹੈ ਤਾਂ ਤੁਹਾਨੂੰ ਵੀ ਹੋ ਸਕਦੀ ਹੈ। ਕਈ ਵਾਰੀ ਹੁੰਦਾ ਵੀ ਬੰਦਾ ਸੋਚਦਾ ਵੀ ਮੈਨੂੰ ਤਾਂ ਹੈ ਨਹੀਂ, ਪਰ ਹਰ ਘਰ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਹਰ ਬੂਹੇ ਤੱਕ, ਹਰ ਦਰਵਾਜ਼ੇ ਤੱਕ ਇਹ ਪ੍ਰੋਬਲਮ ਪਹੁੰਚੀ ਹੈ ਜਾਂ ਪਹੁੰਚੇਗੀ ਇਸ ਚੀਜ਼ ਨੂੰ। ਤਾਂ ਕਿ ਹੁਣ ਆਪਾਂ ਨੇ ਸਾਰਿਆਂ ਨੂੰ ਇਹੋ ਕਹਿ ਰਹੇ ਹਾਂ ਵੀ ਸਰੀ ਦਾ ਜਿਹੜਾ ਪ੍ਰਾਈਡ ਹੈ ਉਹਨੂੰ ਕਾਇਮ ਕਰਨ ਵਾਸਤੇ ਸਾਨੂੰ ਬਾਕੀਆਂ ਵੱਲ ਨਾ ਦੇਖੋ, ਪੋਲੀਟੀਸ਼ੀਅਨਾਂ ਵੱਲ ਨਾ ਦੇਖੋ। ਇਹ ਸਾਰਾ ਇਨਵੈਸਟਡ ਇੰਟਰਸਟ ਹੁੰਦਾ ਫॉर ਟਾਈਮ ਪੀਰੀਅਡ, ਉਸ ਤੋਂ ਬਾਅਦ ਇਹ ਸਾਰਾ ਫਿਜ਼ਲ ਹੋ ਜਾਂਦਾ, ਇਹ ਗਵਾਚ ਜਾਂਦੇ ਨੇ। ਕਿ ਜਿਹੜੇ ਵਾਅਦੇ ਕੀਤੇ ਨੇ ਉਸ ਵਾਅਦੇ 'ਤੇ ਫੋਕਸ ਕਰਨਾ, ਜਿਹੜਾ ਵਾਅਦਾ ਥੋੜ੍ਹਾ ਬਹੁਤਾ ਇਹਨਾਂ ਨੂੰ ਹੋ ਸਕਦਾ ਵੀ ਇਹਨਾਂ ਦਾ ਆਪਣਾ ਇੰਟਰਸਟ ਹੋਏ, ਪਰ ਐਜ਼ ਏ ਕਮਿਊਨਿਟੀ, ਐਜ਼ ਏ ਸਿਟੀ ਆਫ ਸਰੀ ਦੇ ਵਿੱਚ ਜਿਹੜਾ ਪ੍ਰਾਈਡ ਹੈ, ਜਿਸ ਤਰ੍ਹਾਂ ਕਿ RCMP ਦਾ ਇੱਕ ਹਿਸਟਰੀ ਹੈ, ਇੱਕ ਉਹਨਾਂ ਦੀ ਟ੍ਰੈਡੀਸ਼ਨ ਹੈ, ਇੱਕ ਉਹਨਾਂ ਦੇ ਵਿੱਚ ਆਪਣੇ ਹਰ ਤਰੀਕੇ ਨਾਲ ਬੰਦੇ ਭਰਤੀ ਹੋਏ ਨੇ, ਕੰਮ ਕਰਦੇ ਪਏ ਨੇ। ਸੋ ਆਪਾਂ ਨੇ ਇਹ ਨਾ ਹੋਏ ਵੀ ਇੱਕ ਚੀਜ਼ ਠੀਕ ਕਰਦਿਆਂ 10 ਸਾਲ ਹੋਰ ਪਿੱਛੇ ਪੈ ਜਾਈਏ, ਫਿਰ ਇਹਨਾਂ ਨੇ ਕਹਿਣਾ ਤੁਸੀਂ ਫੈਸਲਾ ਨਹੀਂ ਕੀਤਾ। ਸੋ ਗੱਲ ਤਾਂ ਇਹ ਆਉਂਦੀ ਹੈ ਕਿ ਜਦੋਂ ਤੁਸੀਂ ਛੋਟੇ ਜਿਹੇ ਪ੍ਰੋਗਰਾਮ ਲਈ ਤਾਂ ਕੈਂਸਲੇਸ਼ਨ ਕਰਤੀ, ਅਤੇ ਉਹਦੇ ਨਾਲ ਜਿਹੜਾ ਕਿ ਸਾਡੀ ਜਿਸ ਤਰ੍ਹਾਂ ਬਾਹਰ ਜਾਣਾ, ਅਸੀਂ ਵਾਕ ਕਰਨਾ, ਲਾਇਬ੍ਰੇਰੀ ਲੋਕਾਂ ਨੇ ਜਾਣਾ, ਆਪਣੇ ਆਪ ਨੂੰ ਕਮਿਊਨੀਕੇਸ਼ਨ ਕਰਨਾ, ਉਸ ਤੋਂ ਇਲਾਵਾ ਤੁਸੀਂ ਕਿਹਨੂੰ ਕਾਲ ਕਰਨਾ। ਅਤੇ ਫਾਰ ਐਗਜ਼ਾਮਪਲ ਕਿ ਜੇ ਤੁਸੀਂ ਸਾਰੀ ਜਿਹੜੀ ਫੋਰਸ ਹੈ ਉਹਨੂੰ ਯੂਜ਼ ਕਰ ਦੇਣਾ, ਹੁਣ ਸਮਰ ਟਾਈਮ ਆ ਗਿਆ, ਆਪਣੇ ਘਰਾਂ 'ਚ ਅਖੰਡ ਪਾਠ ਹੋਣੇ, ਪਾਰਟੀਜ਼ ਥੋੜ੍ਹਾ ਬਹੁਤਾ ਲੋਕਾਂ ਨੇ ਆਪਣੇ ਕੰਮ ਕਰਨੇ ਨੇ, ਅਤੇ ਇਹੋ ਜਿਹੇ ਫਿਰਦੇ ਹੁੰਦੇ ਨੇ, ਇਹਨਾਂ ਦੇ ਆਫਿਸਰ ਹਰ ਨੂੰ ਟਿਕਟ ਦੇਈ ਜਾਣਗੇ। ਤੁਸੀਂ ਬਾਹਰ ਆਉਂਦੇ ਹੋ, ਹਰ ਨੂੰ $25 ਦੀ ਟਿਕਟ, $50 ਦੀ ਟਿਕਟ। ਉਸ ਗੱਲ 'ਤੇ ਇਹਨਾਂ ਦਾ ਜ਼ਿਆਦਾ ਫੋਕਸ ਹੈ। ਇਹਨਾਂ ਨੂੰ ਚਾਹੀਦਾ ਕਿ ਜਿਹੜੀ ਸਿਟੀ ਦੀ ਵਾਸਤੇ ਇਹਨਾਂ ਚੀਜ਼ਾਂ ਨੂੰ ਫੋਕਸ ਕਰਨ, ਤਾਂ ਕਿ ਸਾਡਾ ਜਿਹੜਾ ਪ੍ਰਾਈਡ ਹੈ ਉਹ ਨਾ ਵੀ ਉਹਨੂੰ ਕਹਿਣ ਵੀ ਕੋਈ ਗੱਲ ਨਹੀਂ, ਸਰੀ ਵਿੱਚ ਤੇ ਲੋਕ ਬੋਲਦੇ ਨਹੀਂ, ਮਿੱਠੀਆਂ ਗੱਲਾਂ ਕਰਕੇ ਸਤਿ ਸ੍ਰੀ ਅਕਾਲ ਬੁਲਾਉਣ ਵਾਲਾ ਕੰਮ ਜਿਹੜਾ ਨਾ, ਇਹ ਸਟਾਪ ਹੈ ਹੁਣ। ਮੇਰੇ ਵਾਂਗੂ, ਤੁਹਾਡੇ ਵਾਂਗੂ ਲੋਕ ਬਹੁਤ ਇਸ ਗੱਲ ਦੇ ਮਗਰ ਪਏ ਨੇ ਕਿ ਇਹ ਕੰਮ ਨਹੀਂ ਹੋਣਾ, ਇਹ ਐਕਸੈਪਟੇਬਲ ਨਹੀਂ ਹੈਗਾ। ਕਿਸੇ ਵੀ ਹੋਰ ਸ਼ਹਿਰ ਦੇ ਵਿੱਚ ਇਹੋ ਜਿਹਾ ਕੰਮ ਹੈਗਾ? ਫਿਰ ਜਦੋਂ ਮਰਜ਼ੀ ਜਿਹੜੀ ਚੀਜ਼ ਤੁਸੀਂ ਮਰਜ਼ੀ ਬਦਲ ਲਓ ਵਿਦਆਊਟ ਕੰਸਲਟੇਸ਼ਨ। ਸੋ ਸਾਡੀ ਗੱਲ ਚੱਲ ਰਹੀ ਹੈ ਡਾਕਟਰ ਗੁਲਜ਼ਾਰ ਚੀਮਾ ਨਾਲ। ਅਸੀਂ
ਅੱਧਾ ਘੰਟੇ ਦਾ ਪਤਾ ਹੀ ਨਹੀਂ ਲੱਗਿਆ, ਟਾਈਮ ਕਿੰਨੀ ਫਾਸਟ ਚਲਾ ਗਿਆ। ਸੋ ਅਸੀਂ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈ ਕੇ ਪਰਤ ਕੇ ਆਉਂਦੇ ਹਾਂ। ਪਲੀਜ਼ ਸਟੇ ਟਿਊਨਡ ਇਨ। ਅਤੇ ਸਾਡੇ ਜਿਹੜੇ ਨੰਬਰ ਸਕਰੀਨ 'ਤੇ ਚੱਲ ਰਹੇ, ਜ਼ਰੂਰ ਤੁਸੀਂ ਫੋਨ ਕਰਕੇ, ਖਾਸ ਕਰਕੇ ਆਪਣੇ ਡਾਕਟਰ ਸਾਹਿਬ ਦਾ ਅੱਜ ਮੁੱਦਾ ਹੈਗਾ ਪ੍ਰਾਈਡ ਆਫ ਸਰੀ। ਸੋ ਇਹਨੂੰ ਬਰਕਰਾਰ ਰੱਖਣ ਲਈ ਤੁਸੀਂ ਆਪਦੀ ਫੀਡਬੈਕ ਵੀ ਦਿਓ ਅਤੇ ਇਹਨਾਂ ਨੂੰ ਕੁਐਸਚਨ ਵੀ ਪੁੱਛੋ। ਅਸੀਂ 4 ਮਿੰਟ ਦਾ ਬ੍ਰੇਕ ਲੈ ਕੇ ਫਿਰ ਪਰਤ ਕੇ ਆਉਂਦੇ ਹਾਂ। ਧੰਨਵਾਦ। ਪਲੀਜ਼ ਸਟੇ ਟਿਊਨਡ ਇਨ। ਸਤਿ ਸ਼੍ਰੀ ਅਕਾਲ, ਵੈਲਕਮ ਟੂ CJ ਸਿੱਧੂ ਸ਼ੋਅ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਬੜੀ ਦਿਲਚਸਪ ਗੱਲ ਅੱਜ ਸਰੀ ਦੇ ਬਾਰੇ ਡਾਕਟਰ ਗੁਲਜ਼ਾਰ ਚੀਮਾ ਨਾਲ ਚੱਲ ਰਹੀ ਹੈ, ਜਿਹੜਾ ਕਿ ਬਹੁਤ ਸੋਹਣਾ ਸ਼ਹਿਰ ਹੈ, ਜਿੱਥੇ ਦੇ ਆਪਾਂ ਵਸਿੰਦੇ ਆ। ਆਪਾਂ ਨੂੰ ਪ੍ਰਾਊਡ ਫੀਲ ਕਰਨਾ ਚਾਹੀਦਾ। ਜਿਵੇਂ ਡਾਕਟਰ ਸਾਹਿਬ ਨੇ ਹਿੰਟ ਕੀਤਾ ਸੀ ਵੀ ਕੋਈ ਹੱਸ ਕੇ ਗੱਲ ਕਰੇ ਸਰੀ ਦੇ ਬਾਰੇ ਜਾਂ ਸਰਕਾਸਟਿਕ ਕਮੈਂਟ ਕਰੇ, ਉਹ ਕੋਈ ਬਹੁਤ ਵਧੀਆ ਗੱਲ ਨਹੀਂ ਹੈਗੀ। ਜੇ ਆਪਣੀ ਕਮਿਊਨਿਟੀ ਨੇ ਹਾਰਡ ਵਰਕ ਕੀਤਾ, ਉਹਨਾਂ ਨੇ ਵੱਡੇ ਘਰ ਬਣਾਏ ਆ, ਸੋਹਣੀਆਂ ਉਹ ਕਾਰਾਂ ਚਲਾਉਂਦੇ ਆ, ਸੋਹਣੇ ਉਹ ਕੱਪੜੇ ਪਾਉਂਦੇ ਆ, ਉਹਦਾ ਆਪਾਂ ਨੂੰ ਮਾਣ ਹੋਣਾ ਚਾਹੀਦਾ ਅਤੇ ਉਹਦਾ ਸਤਿਕਾਰ ਵੀ ਕਰਨਾ ਚਾਹੀਦਾ। ਡਾਕਟਰ ਸਾਹਿਬ, ਜਿਹੜਾ ਆਪਣੇ ਮੈਂ ਦੇਖ ਰਿਹਾ ਸੀ ਕਿ ਸਰੀ ਦੀ ਆਪਾਂ ਗੱਲ ਕਰ ਰਹੇ ਸੀਗੇ, ਉਹਨਾਂ ਦਾ ਰੈਵਨਿਊ ਡੈਫੀਸ਼ੀਟ $40 ਮਿਲੀਅਨ ਦੇ ਕਰੀਬ ਹੈਗਾ ਆ। ਸੋ ਉਹ ਡੈਫੀਸ਼ੀਟ, ਉਸ ਤੋਂ ਇਲਾਵਾ ਤੁਸੀਂ ਗੱਲ ਪੁਲਿਸ ਦੀ ਕੀਤੀ, RCMP ਵਰਸਸ ਸਿਟੀ ਪੁਲਿਸ, ਜਿਹੜਾ ਕਿ ਆਲਰੇਡੀ ਪ੍ਰੋਵਿੰਸ਼ੀਅਲ ਗੌਰਮੈਂਟ ਤੋਂ ਅਪਰੂਵ ਹੋ ਗਿਆ। ਉਹ ਬੋਰਡ, ਜਿਵੇਂ ਮਨਦੀਪ ਨਾਲ ਮੇਰੀ ਲਾਸਟ ਵੀਕ ਗੱਲ ਹੋਈ ਸੀਗੀ, ਉਹਨਾਂ ਨੇ ਬੋਰਡ, ਪੁਲਿਸ ਬੋਰਡ ਆਲਮੋਸਟ ਰੈਡੀ ਟੂ ਗੋ। ਸੋ ਉਸ 'ਤੇ ਜਿਹੜਾ ਹੈਗਾ, ਕਿਉਂਕਿ RCMP ਨੂੰ 10% ਫੈਡਰਲ ਗੌਰਮੈਂਟ ਤੋਂ ਫੰਡਿੰਗ ਮਿਲਦੀ ਆ, ਉਹ ਘੱਟ ਹੋ ਜਾਣੀ ਹੈ। ਸੋ ਇਹ ਜਿਹੜੇ ਸਾਰੇ ਪ੍ਰੈਸ਼ਰ ਹੈ ਸਿਟੀ 'ਤੇ, ਅਤੇ ਪਾਰਕਸ ਦੀ ਤੁਸੀਂ ਗੱਲ ਕੀਤੀ, ਉਸ ਨੂੰ ਕਿਸ ਤਰ੍ਹਾਂ ਬੈਲੈਂਸ ਕੀਤਾ ਜਾ ਸਕਦਾ? ਦੇਖੋ CJ, ਆਪਾਂ ਗੱਲ ਕਰਨੇ ਪਏ ਹਾਂ ਵੀ ਜਿਹੜੇ ਸਿਟੀ ਦੇ ਜਿਹੜੇ ਸਰੀ ਦੇ ਵਿੱਚ ਪਾਪੂਲੇਸ਼ਨ ਆਪਣੀ ਕਿੰਨੀ ਹੈ। ਜੇ 58% ਦੇ ਨੇੜੇ ਜਾਂ ਉਹਦੇ ਵਿੱਚੋਂ ਜਾਂ 32 ਜਾਂ 33% ਆਪਣੇ ਇੰਡੀਅਨ ਲੋਕ ਜਾਂ ਪੰਜਾਬੀ ਲੋਕ ਜਿਨ੍ਹਾਂ ਦਾ ਓਰੀਜਨ ਹੈ, ਜਿਹੜੇ ਉਹਨਾਂ ਦੀ ਕੰਟਰੀਬਿਊਸ਼ਨ ਹੈ, ਮੈਂ ਉਹਦੀ ਗੱਲ ਕਰਨਾ ਪਿਆ। ਸਿਗਨੀਫਿਕੈਂਟ ਕੰਟਰੀਬਿਊਸ਼ਨ ਹੈ। ਬਿਲਕੁਲ ਇੱਥੇ ਇੱਕ ਹੁੰਦਾ ਸੀ ਘਰ ਉਸ ਕੋਨੇ 'ਚ, ਤੇ ਇੱਕ ਘਰ ਹੋਣਾ ਸੀ ਅੱਧੇ ਮੀਲ 'ਤੇ, ਉਹਦੇ ਵਿੱਚ ਭੇਡਾਂ ਸੀ, ਉਸ ਤੋਂ ਬਾਅਦ ਉਹਦੇ ਵਿੱਚ ਘਾਹ ਘੂ ਹੁੰਦਾ ਸੀ। ਬਿਲਕੁਲ ਮੇਨਟੇਨੈਂਸ ਨਹੀਂ ਸੀ ਹੁੰਦੀ। ਪਿਛਲੇ 20 ਸਾਲਾਂ ਦੇ ਵਿੱਚ ਲੋਕਾਂ ਨੇ ਇਸ ਜਗ੍ਹਾ ਦਾ ਧੰਨ ਕਰਾਤੀ ਹੈ। ਕੰਮ ਕਰਕੇ ਕੋਈ ਖੋ ਕੇ ਨਹੀਂ ਕਿਸੇ ਕੋ ਕੀਤਾ, ਆਪਣੀ ਮਿਹਨਤ ਨਾਲ ਕੰਮ ਕੀਤਾ। ਸੋ ਉਹ ਪ੍ਰਾਈਡ ਹੈ ਸਾਡਾ। ਅਤੇ ਜੇ ਕਿਸੇ ਨੂੰ ਉਸ ਚੀਜ਼ ਦੀ ਜੈਲਸੀ ਹੈ ਤਾਂ ਉਹਨੂੰ ਯੂਜ਼ ਕਰਦੇ ਨੇ ਕਿਸੇ ਹੋਰ ਤਰੀਕੇ ਨਾਲ, ਉਹ ਉਹਨਾਂ ਦੀ ਪ੍ਰੋਬਲਮ ਹੈ, ਉਹਨਾਂ ਦੀ ਆਪਣੀ ਇਨਸਿਕਿਉਰਿਟੀ ਹੈ। ਸੋ ਵੀ ਸ਼ੁੱਡ ਬੀ ਵੈਰੀ ਪ੍ਰਾਊਡ ਆਫ ਦੈਟ। ਜਿਸ ਤਰ੍ਹਾਂ ਤੁਸੀਂ ਕਿਹਾ, ਕਿਸੇ ਪਾਰਟੀ ਜਾ ਕੇ ਵੇਖੋ, ਆਪਣੇ ਬੱਚਿਆਂ ਦੇ, ਆਪਣੇ ਲੋਕਾਂ ਦੇ ਕੱਪੜੇ ਬੜੇ ਸੋਹਣੇ, ਆਪਣੇ ਸੋਹਣੇ ਡਰੈਸ ਅਪ ਹੋ ਕੇ ਜਾਂਦੇ ਨੇ, ਕਾਰਾਂ ਚੰਗੀਆਂ, ਕੋਈ ਚੋਰੀ ਤਾਂ ਨਹੀਂ ਕਰਦੇ ਪਏ, ਮਿਹਨਤ ਨਾਲ ਸਾਰਾ ਕੁਝ ਹੋਇਆ। ਸੋ ਵੀ ਸ਼ੁੱਡ ਨਾਟ ਟੇਕ ਬੈਕ, ਕਿਉਂਕਿ ਆਪਾਂ ਚੁੱਪ ਕਿਉਂ ਰਹਿੰਦੇ ਉਸ ਗੱਲ ਨੂੰ। ਇਹ ਹੁੰਦੀ ਹੈ ਵੀ ਸਰੀ ਦਾ ਨਾਂ ਲਓ, ਵੀ ਸਰੀ ਤੋਂ ਆਏ ਹੋ, ਅੱਛਾ। ਸੋ ਵੀ ਹੈਵ ਟੂ ਸਟਾਰਟ। ਡਾਕਟਰ ਸਾਹਿਬ, ਆ ਕਾਲ ਲੈ ਲਈ। ਹਾਂਜੀ ਗਿੱਲ ਸਾਹਿਬ, ਤੁਸੀਂ ਲਾਈਨ 'ਤੇ ਹੋ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੋਨਾਂ ਨੂੰ ਤੁਹਾਨੂੰ ਬਹੁਤ ਪਿਆਰ ਨਾਲ, ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਤੁਸੀਂ ਲਾਈਨ 'ਤੇ ਹੋ ਜੀ। ਹਾਂਜੀ, ਮੈਨੂੰ ਬੜੀ ਖੁਸ਼ੀ ਹੋਈ ਆ ਵੀ ਤੁਸੀਂ ਬੜਾ ਸੋਹਣਾ ਪ੍ਰੋਗਰਾਮ ਦੇ ਰਹੇ ਹੋ। ਥੈਂਕ ਯੂ। ਮੈਨੂੰ ਇੱਕ ਗੱਲ 'ਤੇ ਥੋੜ੍ਹੀ ਹੈਰਾਨੀ ਹੋਈ, ਡਾਕਟਰ ਗੁਲਜ਼ਾਰ ਚੀਮਾ ਜੀ ਬਹੁਤ ਸੋਹਣੀ ਜਾਣਕਾਰੀ ਦੇ ਰਹੇ ਸੀ, ਪਰ ਇੱਕ ਸਵਾਲ 'ਤੇ ਇਹਨਾਂ ਨੇ ਆਖਿਆ ਤਾਂ ਵੀ RCMP ਦੇ ਮੈਟਰ 'ਤੇ ਵੀ ਆਪਾਂ ਨੂੰ ਕੁਝ ਰੈਫਰੈਂਡਮ ਕਰਾਉਣ ਦੀ ਲੋੜ ਸੀ। ਪਰ ਜਿੱਥੋਂ ਤੱਕ ਮੇਰੀ ਨੌਲੇਜ ਆ, ਡਾਕਟਰ ਮੁਕੱਲਮ ਨੇ ਆਪਦੇ ਮੈਨੀਫੈਸਟੋ ਦੇ ਵਿੱਚ ਲਿਖਿਆ ਸੀ ਵੀ ਆਈ ਵਾਂਟ ਦੀ ਸਿਟੀ ਪੀਸ। ਨਹੀਂ, ਮੈਂ ਤੁਹਾਡੀ ਗਿੱਲ ਸਾਹਿਬ, ਤੁਹਾਡੀ ਗੱਲ ਠੀਕ ਹੈ, ਇਹਨਾਂ ਨੇ ਆਪਣੇ ਮੈਨੀਫੈਸਟੋ 'ਚ ਕਿਹਾ ਸੀ, ਪਰ ਮੈਂ ਗੱਲ ਕੀਤੀ ਓਵਰਆਲ। ਮੈਂ ਕੋਈ ਇਸ ਇੱਕ ਇਸ਼ੂ 'ਤੇ ਗੱਲ ਨਹੀਂ ਕਰਦਾ ਪਿਆ, ਨਾ ਹੀ ਮੈਂ ਇਸ ਗੱਲ 'ਤੇ। ਮੇਰੀ ਗੱਲ ਸੁਣੋ ਪਲੀਜ਼, ਤੁਹਾਡੀ ਮੈਂ ਆਊਟ ਆਫ ਤੁਹਾਡੀ ਗੱਲ 100% ਤੁਹਾਡੇ ਨਾਲ ਐਗਰੀ ਕਰਨਾ ਵੀ ਇਹਨਾਂ ਨੇ ਮੈਨੀਫੈਸਟੋ ਵਿੱਚ ਹੈਗਾ ਸੀ। ਗੱਲ ਆ ਰਹੀ ਹੈ ਸਰੀ ਦੀ ਪ੍ਰਾਈਡ ਦੀ, ਸਰੀ ਦੀ ਮਾਨ ਦੀ ਗੱਲ ਆ ਰਹੀ ਹੈ। ਜਦੋਂ ਸਰੀ ਦਾ ਪ੍ਰਾਈਡ ਆਉਂਦਾ, ਮੈਂ ਤਾਂ ਉਹਦੀ ਗੱਲ ਕਰਨਾ ਪਿਆ। ਇਹ ਜਿਹੜੇ ਇਸ਼ੂਜ਼ ਨੇ, ਇਹ ਬਿਗਰ ਇਸ਼ੂਜ਼ ਨੇ। ਐਜ਼ ਏ ਕਮਿਊਨਿਟੀ ਸਾਨੂੰ ਸਾਰਿਆਂ ਨੂੰ ਰਿਜ਼ੋਲਵ ਕਰਨੇ ਪੈਣੇ ਨੇ। ਜਿਹੜਾ ਵੀ ਡਿਸੀਜਨ ਕੋਈ ਬਣਨਾ, ਉਹਦਾ ਫੈਸਲੇ ਜਿਹੜਾ ਨਾ, ਫੈਸਲਾ ਤਾਂ ਕਰਦੇ ਪਏ ਨੇ ਫਿਊ ਸਿਲੈਕਟਡ ਬੰਦੇ, ਪਰ ਵੋਟਾਂ ਤਾਂ ਅਸੀਂ ਪਾਈਆਂ ਸਾਰਿਆਂ ਨੇ। ਜਿਹੜੀਆਂ ਅਸੀਂ ਵੋਟਾਂ ਪਾ ਕੇ ਆਪਣਾ ਹੱਥ ਤੋੜ ਕੇ, ਜਿਹੜੀ ਹੈ ਨਾ ਡੈਮੋਕ੍ਰੇਸੀ, ਇਹਦੇ ਵਿੱਚ ਜੇ ਸਮਝਦੇ ਹੋ ਵੀ 30-35% ਲੋਕੀ ਵੋਟ ਪਾ ਕੇ ਅਤੇ ਕਿਸੇ ਨੂੰ ਕਾਮਯਾਬ ਕਰਕੇ ਤਾਂ ਉਹਨਾਂ ਕੋਲ 100% ਉਹਨਾਂ ਕੋਲ ਹੋ ਜਾਂਦਾ ਹੱਕ, ਉਹ ਠੀਕ ਨਹੀਂ ਹੈਗਾ। ਤੁਹਾਨੂੰ ਕੰਸਲਟੇਸ਼ਨ ਕਰਨੀ ਪੈਣੀ ਹੈ। ਜੇ ਇਹਨਾਂ ਨੇ ਕੰਸਲਟੇਸ਼ਨ ਕਰ ਲਈ ਹੈ, ਲੋਕਾਂ ਦੀ ਅਪਰੂਵਲ ਹੈਗੀ ਹੈ, ਤਾਂ ਕੋਈ ਗੱਲ ਨਹੀਂ। ਆਪਾਂ ਤਾਂ ਗੱਲ ਕਰਨੇ ਪਏ ਐਜ਼ ਏ ਹੋਲ, ਕਿਉਂਕਿ ਓਵਰਆਲ ਪਤਾ ਕੀ ਹੁੰਦਾ ਗਿੱਲ ਸਾਹਿਬ, ਜਦੋਂ ਤੁਸੀਂ ਵੀ ਟਰੈਵਲ ਕਰਦੇ ਹੋ ਬਾਹਰ, ਜਦੋਂ ਗੱਲਬਾਤ ਕਰਦੇ ਹੋ, ਕਿਤੇ ਵੀ ਆਪਾਂ ਵਿਜ਼ਿਟ ਕਰਨੇ ਆ, ਕਹਿੰਦੇ ਕਿੱਥੋਂ ਆਏ, ਸਰੀ ਤੋਂ ਆਏ, ਅੱਛਾ
ਯੂ نو ਦੇ ਹੈਵ ਉਹਨਾਂ ਦਾ ਬੜਾ ਐਟੀਟਿਊਡ 'ਚ ਪ੍ਰੋਬਲਮ ਬਹੁਤ ਵੱਡੀ। ਸੋ ਗਿੱਲ ਸਾਹਿਬ ਤੁਹਾਡੇ ਕੁਐਸਚਨ ਦਾ ਡਾਕਟਰ ਸਾਹਿਬ ਨੇ ਜਵਾਬ ਦਿੱਤਾ ਕਿ ਤੁਹਾਨੂੰ ਹੋਰ ਵੀ ਕੋਈ ਕੁਐਸਚਨ ਹੈ? ਮੇਰਾ ਕੁਐਸਚਨ ਤਾਂ ਇਹੀ ਸੀਗਾ ਜੀ ਵੀ ਬਹੁਤ ਸਾਰੇ ਲੋਕੀ ਆਪਣੇ ਵੋਟਾਂ ਪਾਉਣ ਲਈ ਨਿਕਲਦੇ ਨੇ, Yeah. ਪਰ ਹੁਣ ਕੰਸਲਟੇਸ਼ਨ ਦੇ ਵਿੱਚ ਆਪਾਂ ਕੀ ਕਰਾਂਗੇ, ਉੱਥੇ ਵੀ ਸਾਡੇ ਲੋਕੀ ਨਹੀਂ ਪਾਰਟਿਸਿਪੇਟ ਕਰਦੇ, ਫਿਰ ਆਪਣੀ ਕਮਿਊਨਿਟੀ ਦੀ ਇਨਪੁਟ ਕੀ ਰਹਿ ਜਾਂਦੀ ਹੈ ਉੱਥੇ? ਬਿਲਕੁਲ ਤੁਹਾਡੀ ਗੱਲ ਗਿੱਲ ਸਾਹਿਬ, ਯੂ ਆਰ 100% ਰਾਈਟ, ਕਿਉਂਕਿ ਸਾਰੇ ਕੰਮ ਕਰਾ ਕੇ ਅਸੀਂ ਹੁੰਦਾ ਕਿ ਹੁਣ ਦੇਖੋਗੇ ਅੱਜ ਜਿਸ ਤਰ੍ਹਾਂ ਬਾਕੀ ਇਸ਼ੂਜ਼ ਨੇ, ਕਿਤੇ ਵੀ ਕਿਸੇ ਕਮਿਊਨਿਟੀ ਦਾ ਹੋਰ ਇਸ਼ੂ ਖੜਾ ਹੁੰਦਾ ਅਸੀਂ ਸਭ ਤੋਂ ਪਹਿਲਾਂ ਨਾਲ ਖੜੇ ਹਾਂ, ਪਰ ਜਦੋਂ ਸਾਡੇ ਤੇ ਇੰਪੈਕਟ ਹੋ ਰਿਹਾ ਆਪਾਂ ਫਿਰ ਉਹਨੂੰ ਆਪਣਾ ਨਾ ਕਾਰ ਦੀ ਚਾਬੀ ਬੰਦ ਕਰਕੇ ਦਰਵਾਜ਼ਾ ਬੰਦ ਕਰਕੇ ਤੇ ਵੜ ਜਾਂਦੇ ਘਰ, ਕੰਟਰੀ ਜਾ ਕੇ ਪਾਰਟਿਸਿਪੇਟ ਨਹੀਂ ਕਰਦੇ। ਕਿੰਨੇ ਕੁ ਲੋਕ ਨੇ ਜਿੰਨਾ ਕਿ ਕਿੰਨੇ ਕੁ ਓਪਨ ਹਾਊਸ ਨੇ, ਮੈਨੂੰ ਨਹੀਂ ਪਤਾ ਵੀ ਕਿੰਨੇ ਓਪਨ ਹਾਊਸ ਹੋਏ ਨੇ ਜਿੱਥੇ ਵਿੱਚ ਜਾ ਕੇ ਇਹਨਾਂ ਸਾਰਿਆਂ ਦੀ ਸਲਾਹ ਪੁੱਛੀ ਹੈ, ਐਕਸਪਰਟ ਓਪੀਨੀਅਨ ਬਾਹਰੋਂ ਲੈ ਕੇ ਆਏ ਨੇ, ਸਿਲੈਕਟਡ ਬੰਦੇ ਨੇ ਜਿਨ੍ਹਾਂ ਲੋਕਾਂ ਦਾ ਆਪਣਾ ਇੰਟਰਸਟ ਹੈਗਾ ਉਹਨਾਂ ਨੇ ਗੱਲ ਕਰਨੀ ਹੈ। ਹੁਣ ਸਪੋਜ਼ ਵੀ ਮੈਂ ਆਪਣੇ ਕਿਸੇ ਪ੍ਰੋਫੈਸ਼ਨ ਬਾਰੇ ਗੱਲ ਕਰਨੀ ਹੈ, ਮੈਂ ਆਪਣੇ ਪ੍ਰੋਫੈਸ਼ਨ ਦੀ ਵਧਾ ਚੜਾ ਕੇ ਕਰਨੀ ਹੈ ਗੱਲ, ਇਹ ਤੇ ਨਾਰਮਲ ਹਿਊਮਨ ਬਿਹੇਵੀਅਰ ਹੈ। ਸੋ ਆਪਾਂ ਕਰਨੇ ਪਏ ਓਵਰਆਲ ਗੱਲ ਸਰੀ ਦੀ ਗੱਲ ਕਿ ਜਿਹੜੀ ਸਾਡੀ ਸਿਟੀ ਆਫ ਸਰੀ ਹੈ, ਇਹਦਾ ਜਿਹੜਾ ਨਾ ਹੌਲੀ ਹੌਲੀ ਸਾਨੂੰ ਸਾਰਿਆਂ ਨੂੰ ਗਿੱਲ ਸਾਹਿਬ ਇਹਦੇ ਬਾਰੇ ਫੋਕਸ ਕਰਨਾ ਪੈਣਾ ਕਿ ਆਪਣਾ ਜਿਹੜਾ ਮਾਣ ਸਤਿਕਾਰ ਹੈ ਕੱਲਾ ਆਪਣੇ ਵਿੱਚ ਨਾ ਰਹੇ, ਇਹਦਾ ਬਾਹਰ ਵੀ ਜਿਹੜਾ ਨਾ ਸ਼ਹਿਰ ਦੇ ਵਿੱਚ ਵੀ ਹੋਏ, ਸ਼ਹਿਰ ਤੋਂ ਬਾਹਰ ਵੀ ਹੋਏ, ਬਾਕੀ ਪ੍ਰੋਵਿੰਸਾਂ ਵਿੱਚ ਵੀ ਹੋਏ, ਖਾਸ ਕਰਕੇ ਜਿੱਥੋਂ ਅਸੀਂ ਆਏ ਹਾਂ ਉੱਥੇ ਵੀ ਹੋਏ। ਉਹ ਕਹਿ ਰਹੇ ਨੇ ਅੱਛਾ ਕਿੱਥੇ ਜਾ ਰਹੇ ਹੋ ਤੁਸੀਂ, ਕਿੱਥੇ ਜਾਣਾ ਹੋਣਾ, ਸਰੀ ਜੀ ਜਾਣਾ, ਬਸ ਇਹ ਕੋਈ ਗੱਲਾਂ ਨਹੀਂ ਕਰਨ ਵਾਲੀ। ਨਾਲੇ ਮਿਸਟਰ ਗਿੱਲ ਨੇ ਜਿਵੇਂ ਤੁਸੀਂ ਕਿਹਾ, ਜਿਵੇਂ ਡਾਕਟਰ ਸਾਹਿਬ ਨੇ ਮੈਂਸ਼ਨ ਕੀਤਾ ਹੈ ਕਿ ਜਿਹੜਾ ਤੁਸੀਂ ਕਿਹਾ ਕਿ ਜਿਹੜਾ ਪਾਰਟਿਸਿਪੇਸ਼ਨ ਹੈ ਨਾ ਜੀ, ਭਾਵੇਂ ਵੋਟਿੰਗ ਹੋਵੇ, ਭਾਵੇਂ ਕਮਿਊਨਿਟੀ ਪਲੇਟਫਾਰਮਸ ਹੋਣ ਜਾਂ ਕੋਈ ਵੀ ਹੋਵੇ, ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ। Like even sometimes school teachers complained that parents don't come in a parent teacher meetings. So ਇਹ ਸਾਰੀਆਂ ਚੀਜ਼ਾਂ ਪਾਰਟਿਸਿਪੇਸ਼ਨ ਹੈ, ਬਹੁਤ ਅੱਗੇ ਨਾਲ ਫਰਕ ਪਿਆ। ਕਾਫੀ ਆਪਣੇ ਵੋਲੰਟੀਅਰ ਆਰਗੇਨਾਈਜੇਸ਼ਨਾਂ, ਚੈਰੀਟੇਬਲ ਆਰਗੇਨਾਈਜੇਸ਼ਨਾਂ 'ਚ ਡੋਨੇਸ਼ਨ ਦੇਣ ਦੇ ਮਾਮਲੇ 'ਚ ਵੋਲੰਟੀਅਰ ਵਰਕ ਕਾਫੀ ਵਾਧਾ ਹੋਇਆ, ਪਰ ਵੀ ਕੈਨ ਡੂ ਮੋਰ, ਜਿਵੇਂ ਡਾਕਟਰ ਸਾਹਿਬ ਨੇ ਕਿਹਾ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਹਾਂਜੀ ਕਾਲਰ ਤੁਸੀਂ ਲਾਈਨ ਤੇ ਹੋ ਜੀ। ਹੈਲੋ, ਹਾਂਜੀ ਯੂ ਆਰ ਔਨ ਲਾਈਨ। ਹਾਂਜੀ ਕਾਲਰ ਤੁਸੀਂ ਲਾਈਨ ਤੇ ਹੋ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਲਖਵਿੰਦਰ ਸਿੰਘ ਬੋਲ ਰਿਹਾ ਜੀ ਸਰੀ ਤੋਂ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਗੁਲਜ਼ਾਰ ਦਾ ਜੀ ਬਹੁਤ ਧੰਨਵਾਦ ਕਰ ਰਿਹਾ ਜੀ। ਮੈਂ ਨਵਾਂ ਆਇਆ, ਮੈਨੂੰ ਕੈਨੇਡਾ ਬਾਰੇ ਕੁਝ ਵੀ ਪਤਾ ਨਹੀਂ, ਲੇਕਿਨ ਇਹਨਾਂ ਨੇ ਜਿੰਨੀ ਮੇਰੀ ਹੈਲਪ ਕਰ ਸਕਦੀ ਨਾ 2017 ਸਤੰਬਰ ਮਹੀਨੇ, ਉਹ ਮੈਂ ਪੂਰੀ ਜ਼ਿੰਦਗੀ ਨਹੀਂ ਭੁੱਲ ਸਕਦਾ। ਇੰਨੇ ਚੰਗੇ ਆ, ਇਹਨਾਂ ਨੂੰ ਮੈਂ ਯਾਦ ਕਰਦਾ ਰਹਿਣਾ 24 ਘੰਟੇ। ਸਭ ਤੋਂ ਪਹਿਲਾਂ ਬੋਲਦਾ ਮੈਂ ਇੰਡੀਆ ਤੋਂ ਜਦੋਂ ਆਇਆ ਨਾ, ਮੈਨੂੰ ਨਹੀਂ ਪਤਾ ਵੀ ਇੱਥੇ ਟੈਨਸ਼ਨ ਪਾਉਂਦੇ ਕੀ ਕਰਦੇ, ਇਹੋ ਜਿਹੀ ਗੱਲਾਂ ਦਾ ਮੈਨੂੰ ਨਹੀਂ ਪਤਾ ਬਿਲਕੁਲ। ਤੇ ਡਾਕਟਰ ਸਾਹਿਬ ਨੇ ਕਿਵੇਂ ਹੈਲਪ ਕੀਤੀ ਜੀ ਤੁਹਾਡੀ? ਇਹਨਾਂ ਜੀ ਮੇਰੇ 3 ਦਿਨ ਰਹਿ ਗਏ ਸੀ, ਮੈਨੂੰ ਬਾਰਡਰ ਤੋਂ ਵਾਪਸ ਕਰਤਾ ਵੀ ਡਾਕਟਰੀ ਹੁੰਦੀ ਆ। ਮੈਨੂੰ ਮੇਰੇ ਜਿਹੜਾ ਵਕੀਲ ਹੁੰਦਾ, ਵਕੀਲ ਨੇ ਮੈਨੂੰ ਦੱਸਿਆ ਵੀ ਤੇਰੀ ਡਾਕਟਰੀ ਹੋਣੀ ਨਿਆਣਿਆਂ ਦੀ, ਤੇ ਡਾਕਟਰੀ ਇਹਨਾਂ ਨੇ 1.5 ਦਿਨ 'ਚ ਮੇਰਾ ਸਾਰੇ ਕਾਗਜ਼ ਪੇਪਰ ਬਣਾਤੇ। ਜਿੱਦਾਂ ਵੀ ਉੱਥੋਂ ਸਿੱਧਾ ਹੀ ਮੈਂ ਆਇਆ ਉੱਥੋਂ ਬਾਰਡਰ ਤੋਂ ਇਹਨਾਂ ਕੋਲ, ਇਹਨਾਂ ਨੇ ਉਸੇ ਵੇਲੇ ਸਾਰੇ ਰੈਡੀ ਕਰਕੇ 1.5 ਦਿਨ 'ਚ ਕੰਮ ਕਰਤਾ, ਜਿਹੜਾ 1.5 ਮਹੀਨੇ 'ਚ ਹੋਣਾ। ਦੇਖੋ ਭਾਈ ਸਾਹਿਬ, ਦੂਜੇ ਦਿਨ ਹੀ ਫਿਰ ਮੈਂ ਲੈ ਕੇ ਆਇਆ ਸੀ ਜਾ ਕੇ ਉੱਥੋਂ ਮਤਲਬ ਪਰਮਿਟ। ਕੋਈ ਗੱਲ ਨਹੀਂ, ਇਹ ਤੇ ਦੇਖੋ ਆਈ ਐਮ ਸੋ ਗ੍ਰੇਟਫੁਲ ਕਿ ਤੁਸੀਂ ਇਹ ਗੱਲ ਕੀਤੀ ਹੈ, ਪਰ ਇਹ ਸਾਡਾ ਫਰਜ਼ ਬਣਦਾ। ਇਹ ਦੇਖੋ ਤੁਹਾਡੀ ਗੱਲ 'ਚੋਂ ਜਵਾਬ ਹੈ, ਤੁਹਾਡੀ ਗੱਲ 'ਚੋਂ ਜਿਹੜੀ ਆਪਾਂ ਡਿਸਕਸ਼ਨ ਕਰਨੇ ਪਏ ਆ ਉਹਦਾ ਹੀ ਜਵਾਬ ਹੈ ਕਿ ਸਾਡੀ ਜਿਹੜੀ ਕਮਿਊਨਿਟੀ ਇੱਕ ਦੂਜੇ ਦੀ ਅਸੀਂ ਹੈਲਪ ਕਰਨੇ ਆ। ਮੈਂ ਤੁਹਾਡੇ ਤੇ ਕੋਈ ਅਹਿਸਾਨ ਨਹੀਂ ਕੀਤਾ, ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੀ ਭਾਈਚਾਰੇ ਨੂੰ ਉੱਪਰ ਚੁੱਕੀਏ। ਸਾਡੇ ਭਾਈਚਾਰੇ ਦਾ ਕੰਮ ਹੈਗਾ। ਮੈਂ ਤੇ ਹੁਣ ਸੀਜੇ ਰਾਊਂਡ ਟੇਬਲ ਤੇ ਅਸੀਂ ਬੈਠੇ ਹਾਂ, ਅਸੀਂ ਰੈਕਟੈਂਗੂਲਰ ਟੇਬਲ ਤੇ ਨਹੀਂ ਬੈਠੇ, ਉੱਪਰ ਇੱਕ ਬੰਦਾ ਉੱਪਰ ਨਹੀਂ, ਇੱਕ ਬੰਦਾ ਥੱਲੇ ਨਹੀਂ ਹੈਗਾ। ਬਰਾਬਰ ਤਾਂ ਹੋਣੀ ਹੈ ਜੇ ਅਸੀਂ ਇੱਕ ਦੂਜੇ ਦੀ ਗੱਲ ਸੁਣਾਂਗੇ, ਹੈਲਪ ਕਰਾਂਗੇ। ਸੋ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਵੀ ਤੁਹਾਡੇ ਬੱਚੇ ਸੈੱਟ ਹੋਣ, ਸਾਰਿਆਂ ਦੇ ਬੱਚੇ ਸੈੱਟ ਹੋਣ, ਪਰ ਆਪਾਂ ਗੱਲ ਕਰਨੇ ਆ ਵੀ ਸਰੀ ਦਾ ਜਿਹੜਾ ਪ੍ਰਾਈਡ ਹੈ, ਸਰੀ ਦੀ ਜਿਹੜਾ ਮਾਣ ਹੈ, ਉਹ ਸਾਡੇ ਲੋਕਾਂ ਦਾ ਬੜਾ ਹਿੱਸਾ ਹੈ। ਉਹਨੂੰ ਅੰਡਰ ਐਸਟੀਮੇਟ ਜਾਂ ਉਹਨੂੰ ਅੰਡਰਮਾਈਨ ਕਰਨਾ ਕਿਸੇ ਵਾਸਤੇ ਵੀ ਕਿਸੇ ਵੀ ਤਰੀਕੇ ਨਾਲ ਉਹ ਨੌਨ ਐਕਸੈਪਟੇਬਲ ਹੈ। ਜੇ ਅਸੀਂ ਸਿਰਫ ਸਤਿ ਸ਼੍ਰੀ ਅਕਾਲ ਬੁਲਾ ਕੇ ਹੀ ਵਾਪਸ ਆਉਣਾ ਤੇ ਫਿਰ ਗੱਲ ਨਹੀਂ ਬਣਨੀ। ਅਸੀਂ ਚਾਹੀਦਾ ਪੋਲਾਈਟਲੀ ਕਰੀਏ ਗੱਲ, ਪਰ ਫਰਮਲੀ ਗੱਲ ਕਰੀਏ। ਸੋ ਇਹਦੇ ਨਾਲ ਸੈਕੰਡ ਜਿਹੜੀ ਗੱਲ ਸੀ ਜਿਹੜੇ ਪਹਿਲਾਂ ਜਿਹੜੀ ਤੁਸੀਂ ਗੱਲ ਕਰਦੇ ਪਏ ਸੀ ਕਿ ਇਹਦਾ ਜਿਹੜੀ ਰੇਸ ਰਿਲੇਸ਼ਨਸ਼ਿਪ ਦਾ ਕੰਮ ਹੈ ਕਿਸ ਤਰੀਕੇ ਨਾਲ ਪੋਜ਼ਿਟਿਵ ਚੱਲਦਾ ਪਿਆ। ਦੇਖੋ ਸਾਰੇ ਲੋਕ ਕੰਮ ਕਰਦੇ ਪਏ, ਉਹ ਟੌਪਿਕ ਬਹੁਤ ਵੱਡਾ, ਬੜਾ ਡੂੰਘਾ ਹੈਗਾ ਟੌਪਿਕ। ਉਹਦੀਆਂ
ਥਾਊਜ਼ੈਂਡਸ ਆਫ ਈਅਰ ਦੀ ਹਿਸਟਰੀ ਹੈ ਕਿਉਂ ਇਹ ਗੱਲਾਂ ਹੁੰਦੀਆਂ। ਉਹ ਜਿਹੜਾ ਨਾ ਐਕਸਪਰਟ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਇਨ ਡੈਪਥ ਹੈਗਾ ਨੌਲੇਜ, ਉਹ ਗੱਲ ਕਰ ਸਕਦੇ ਆ, ਕਿਉਂਕਿ ਹਰ ਇੱਕ ਦੇ ਆਪਣੇ ਵਿਊ ਨੇ। ਮੇਰੇ ਵੀ ਹੋ ਸਕਦਾ ਬੜੇ ਡਿਫਰੈਂਟ ਹੋਣ, ਪਰ ਐਜ਼ ਏ ਪਰਸਨ ਚਾਹੀਦਾ ਸਾਨੂੰ ਕਿ ਬਰਾਬਰਤਾ ਦਾ ਹਮੇਸ਼ਾ ਫਾਈਟ ਵੀ ਵਰਡ ਠੀਕ ਨਹੀਂ ਹੈਗਾ, ਲੜਾਈ ਨਹੀਂ ਹੈਗੀ ਕੋਈ, ਲੜਾਈ ਨਹੀਂ ਹੈ, ਇਹ ਹੈਗੀ ਹੈ ਆਪਣੇ ਵਿਚਾਰਾਂ ਦੀ ਜਿਹੜੀ ਹੈ ਨਾ ਸਾਂਝ, ਉਹਨੂੰ ਅੱਗੇ ਖੜਨਾ, ਲੰਬੀ ਲਾਈਨ ਡਰਾ ਕਰੀਏ। ਅਸੀਂ ਜਾ ਕੇ ਕਿਸੇ ਹੋਰ ਦੇ ਘਰ 'ਚ ਅੱਗ ਲੱਗੀ ਹੋਏ ਤੇ ਆਪਾਂ ਜਾ ਕੇ ਆਪਣਾ ਵੀ ਤੇਲ ਲਾ ਕੇ ਉੱਥੇ ਪਹੁੰਚ ਜਾਈਏ, ਉਹ ਸਾਡਾ ਕੰਮ ਨਹੀਂ ਹੈਗਾ। ਸਾਨੂੰ ਹੈਗਾ ਆਪਣੀ ਪਹਿਲਾਂ ਪ੍ਰੋਟੈਕਸ਼ਨ ਕਰੋ। ਜਿਹੜਾ ਸਾਡਾ ਕੰਟਰੀ ਇਹਦੇ ਵਿੱਚ ਸੁੱਖ ਸ਼ਾਂਤੀ ਹੈਗੀ ਹੈ, ਕੈਨੇਡਾ ਦੇ ਵਿੱਚ BC ਵਿੱਚ ਬੜੀ ਸੁੱਖ ਸ਼ਾਂਤੀ ਹੈ, ਕੋਈ ਇੱਥੇ ਕੋਈ ਬੜਾ ਵੱਡਾ ਕੋਈ ਵਾਦ ਵਿਵਾਦ ਨਹੀਂ ਸਰੀ ਵਿੱਚ ਹੋਇਆ। ਗੱਲ ਤਾਂ ਹੁੰਦੀ ਹੈ ਵੀ ਜਦੋਂ ਸਰੀ ਦਾ ਨਾਂ ਆਉਂਦਾ, ਇਹ ਚਾਹੀਦਾ ਬੜੇ ਖੁਸ਼ ਹੋ ਕੇ ਗੱਲ ਕਰਨਾ, ਇਹਦੇ ਬਾਰੇ ਗੱਲ ਕਰਨੀ, ਕਿਉਂਕਿ ਮੈਂ ਪੋਲੀਟੀਕਲੀ ਇਨਵੋਲਵ ਹਾਂ। ਸੋ ਕਈ ਵਾਰੀ ਇਹ ਗੱਲ ਹੁੰਦੀ ਹੈ, ਮੈਂ ਤੁਹਾਨੂੰ ਬੜਾ ਫਰੈਂਕਲੀ ਮੈਂ ਗੱਲ ਕਰਨਾ ਹੁੰਦਾ, ਕਈ ਵਾਰੀ ਕਹੀਦਾ ਕੋਈ ਭਈ ਤੁਸੀਂ ਕਿਸੇ ਨੂੰ ਇਨਵਾਈਟ ਕਰਨਾ, ਵੀ ਉਹਨੇ ਕਹਿਣਾ ਫੰਕਸ਼ਨ ਕਿਤੇ ਕਰਨਾ ਸਰੀ ਦੇ ਵਿੱਚ। ਅੱਛਾ, ਵਾਟ ਡੂ ਯੂ ਮੀਨ ਬਾਈ ਅੱਛਾ? ਵੀ ਜੇ ਤੁਸੀਂ ਸਰੀ ਤੋਂ ਪੈਸੇ ਰਿਸੀਵ ਕਰ ਸਕਦੇ ਹੋ, ਯੈਸ ਸਰੀ ਦੇ ਲੋਕਾਂ ਤੋਂ ਵੋਟਾਂ ਲੈ ਸਕਦੇ ਹੋ, ਸਰੀ ਦੇ ਲੋਕਾਂ ਨਾਲ ਤੁਸੀਂ ਬਹਿ ਸਕਦੇ ਹੋ, ਦਰਵਾਜ਼ੇ ਦੇ ਮਗਰਲੇ ਬੰਨੇ ਬਹਿ ਸਕਦੇ ਹੋ, ਤੇ ਤੁਸੀਂ ਇਵੈਂਟ ਦੇ ਵਿੱਚ ਖੁੱਲੇ ਹੋ ਕੇ ਕਿਉਂ ਨਹੀਂ ਆ ਸਕਦੇ? ਸੋ ਸਾਡੀ ਗੱਲ ਚੱਲ ਰਹੀ ਹੈ ਡਾਕਟਰ ਗੁਲਜ਼ਾਰ ਚੀਮਾ ਨਾਲ। ਸਾਡੀ ਫੋਨ ਲਾਈਨਸ ਖੁੱਲੀਆਂ ਹੈਗੀਆਂ। ਡਾਕਟਰ ਸਾਹਿਬ ਬਹੁਤ ਪੈਸ਼ਨੇਟ ਬੰਦੇ ਆ, ਜਿਹੜੇ ਵੀ ਟੌਪਿਕ ਤੇ ਇਹ ਗੱਲ ਕਰਦੇ ਆ। ਸਰੀ ਦੇ ਬਾਰੇ ਗੱਲ ਚੱਲ ਰਹੀ ਸੀ, ਪਰ ਸਾਡੀ ਫੋਨ ਲਾਈਨਸ ਓਪਨ ਹੈ, ਤੁਸੀਂ ਸਟਿਲ ਸਾਨੂੰ ਕਾਲ ਕਰ ਸਕਦੇ ਆ। ਡਾਕਟਰ ਸਾਹਿਬ ਥੋੜਾ ਜਿਹਾ ਗੇਅਰ ਬਦਲੀਏ, 2 ਟੌਪਿਕ ਆਪਾਂ ਹੋਰ ਕਵਰ ਕਰਨੇ ਆ, ਥੋੜਾ ਫਾਈਨਲ ਕਮੈਂਟ ਇਸ ਬਾਰੇ ਕਰਨ ਤੋਂ ਬਾਅਦ ਮੈਂ ਨਾ ਇੱਕੋ ਗੱਲ ਕਰਨੀ ਚਾਹੁੰਦਾ ਕਿ ਮੇਰਾ ਕਿਸੇ ਵੀ ਜਿਹੜੀ ਵੀ ਕੌਂਸਲ ਦੇ ਕਿਸੇ ਵੀ ਨਾਲ, ਕਿਸੇ ਕੌਂਸਲਰ ਨਾਲ ਮੇਰਾ ਵਾਦ ਵਿਵਾਦ ਕੋਈ ਨਹੀਂ। ਮੇਰਾ ਡਗ ਮਕਾਲਨ ਨਾਲ ਰਿਲੇਸ਼ਨਸ਼ਿਪ ਬੜਾ ਅੱਛਾ, ਮਨਦੀਪ ਨਾਗਰਾ ਬਹੁਤ ਸੋਹਣਾ ਕੰਮ ਕਰਦਾ ਪਿਆ, ਬਾਕੀ ਮਿਸਟਰ ਹੁੰਦਲ ਜਾਂ ਬਾਕੀ ਬ੍ਰੈਂਡਾ ਲੌਕ, ਮੇਰਾ ਕਿਸੇ ਨਾਲ ਕੋਈ ਕਨੈਕਸ਼ਨ ਨਹੀਂ। ਮੈਂ ਤੇ ਐਜ਼ ਏ ਜਿਹੜਾ ਸਰੀ ਦਾ ਜਿਹੜਾ ਨਾ ਐਜ਼ ਏ ਸਿਟੀਜ਼ਨ ਦੀ ਮੈਂ ਗੱਲ ਕਰਨਾ ਪਿਆ ਕਿ ਇਹ ਗੱਲਾਂ ਮੈਂ ਚਾਹੁੰਦਾ ਵੀ ਥੋੜ੍ਹਾ ਜਿਹਾ ਸੋਚਣ, ਪਰ ਜਿਹੜਾ ਸਰੀ ਦਾ ਪ੍ਰਾਈਡ ਹੈ, ਜਿਹੜਾ ਵੀ ਉਹਦੇ ਅੱਗੇ ਆਏਗਾ ਸਾਨੂੰ ਉਹਨੂੰ ਬੰਦ ਕਰਨਾ ਪੈਣਾ। ਸੋ ਡਾਕਟਰ ਸਾਹਿਬ, ਯੂਨਾਈਟਿਡ ਨੇਸ਼ਨਸ ਦਾ ਜਿਹੜੀ ਮੈਂਬਰਸ਼ਿਪ ਹੈ, ਮਤਲਬ ਤੁਸੀਂ ਕਾਫੀ ਪੋਲੀਟੀਕਲੀ ਇਨਵੋਲਵ ਐਂਡ ਕਾਫੀ ਐਕਟਿਵ ਹੈ, ਤੇ ਥੋੜਾ ਜਿਹਾ ਝਟਕਾ ਲੱਗਿਆ ਕਿ ਆਇਰਲੈਂਡ ਤੇ ਨੋਰਵੇ ਨੂੰ ਉਸ 'ਚ ਮੈਂਬਰਸ਼ਿਪ ਮਿਲੀ। ਆਪਣੇ ਪ੍ਰਾਈਮ ਮਿਨਿਸਟਰ ਨੇ ਬਹੁਤ ਲੌਬੀ ਵੀ ਕੀਤੀ, ਪੈਸੇ ਵੀ ਖਰਚ ਹੁੰਦੇ ਆ। ਸੋ ਕਿੱਥੇ ਆਪਾਂ ਵੋਟ ਮਿਸ ਕੀਤੀ? ਦੇਖੋ, ਇਹ ਨਾ ਜੇ ਤੁਸੀਂ ਸਾਰੀ ਹਿਸਟਰੀ ਦੇਖੋ UNO ਦੀ, ਇਹ ਜਿਹੜਾ ਪ੍ਰੋਜੈਕਟ 2010 'ਚ ਅਸੀਂ ਫੇਲ ਹੋਏ ਪਹਿਲੀ ਵਾਰੀ। ਉਸ ਤੋਂ ਬਾਅਦ ਫਿਰ 2015 ਵਿੱਚ ਜਿਹੜੀ ਇਹਦੇ ਬਾਰੇ ਜਦੋਂ ਇਲੈਕਸ਼ਨ ਹੋਈ, ਬੜਾ ਵੱਡਾ ਇਸ਼ੂ ਸੀ, ਇੱਕ ਸੀ ਮੁੱਦਾ। ਹਾਂਜੀ, ਉਹਦੇ ਵਾਸਤੇ ਜਿਹੜੀ ਨਾ ਤੁਹਾਨੂੰ ਲਗਾਤਾਰ ਕੈਂਪੇਨ ਕਰਨੀ ਪੈਂਦੀ ਹੈ। 5 ਸਾਲਾਂ ਦੇ ਵਿੱਚ ਕੈਂਪੇਨ ਜਿਹੜੀ ਹੈ ਨਾ, ਜਿਹੜੇ ਬਾਕੀ ਕੰਪੀਟੀਸ਼ਨ ਸੀ ਉਹਨਾਂ ਕੋਲ ਜ਼ਿਆਦਾ ਟਾਈਮ ਸੀ, ਉਹਨਾਂ ਕੋਲ ਰਿਸੋਰਸਿਸ ਉਹਨਾਂ ਨੇ ਜ਼ਿਆਦਾ ਸਪੈਂਡ ਕੀਤੇ, ਆਪਣੇ ਕੋਲ ਟਾਈਮ ਘੱਟ ਸੀ। ਸੋ ਜਿਹੜਾ ਟਾਈਮ ਘੱਟ ਹੋਣ ਦੇ ਨਾਲ ਜਿਹੜਾ, ਕਿਉਂਕਿ ਜਿਹੜੀ ਸਰਕਾਰ ਦਾ ਫੋਕਸ ਰਿਹਾ ਕੰਟਰੀ ਦੇ ਵਿੱਚ, ਬਾਹਰ ਜਿਹੜਾ ਨਾ ਇਹਨਾਂ ਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਮਿਸ ਗੱਲ ਹੋਈ ਹੈ, ਤਾਂ ਹੀ ਵੋਟਾਂ ਨਹੀਂ ਮਿਲੀਆਂ। ਪਰ ਜੇ ਇੱਕ ਵੋਟ ਵੀ ਹੋਰ ਮਿਲ ਜਾਂਦੀ, ਇੱਕ ਸਿਰਫ, ਫਿਰ ਸੈਕਿੰਡ ਹੋਣਾ ਸੀ ਰਾਊਂਡ। ਸੋ ਪਹਿਲੇ ਰਾਊਂਡ ਵਿੱਚ ਹੀ ਹਾਰ ਗਏ, ਨਾਰਵੇ ਤੇ ਜਿਹੜਾ ਆਇਰਲੈਂਡ ਨੇ ਵਿਨ ਕੀਤਾ। ਪਰ ਇਹਦੇ ਤੋਂ ਇੱਕ ਸਬਕ ਇਹ ਮੈਂ ਕਿ ਲੈਸਨ ਮਿਲਦਾ ਸਾਨੂੰ ਸਾਰਿਆਂ ਨੂੰ ਕਿ ਜਿਹੜੇ ਕੰਮ ਨੇ ਇਹ ਕੰਸਿਸਟੈਂਟਲੀ ਹੋਣੇ ਨੇ। ਇਹ ਕੰਮ ਕੰਟਰੀ ਇਹ ਜਿਹੜੇ ਓਵਰ ਨਹੀਂ, ਨਾਲੇ ਦੇਖੋ ਜਦੋਂ ਦੀ UNO ਬਣੀ ਹੈ, ਕੈਨੇਡਾ ਦਾ ਬੜਾ ਵੱਡਾ ਰੋਲ ਰਿਹਾ, ਪਰ ਡਿਫਰੈਂਟ ਰੋਲ ਸੀ। ਹੁਣ ਜਿਹੜੀਆਂ ਪਾਵਰਸ ਬੜੀਆਂ ਬਾਹਰੋਂ ਆ ਰਹੀਆਂ ਨੇ, ਤਾਕਤਾਂ ਵੱਡੀਆਂ, ਤੇ ਉਹਨਾਂ ਤਾਕਤਾਂ ਨੇ ਆਪਣੇ ਹਿਸਾਬ ਨਾਲ ਕੰਮ ਕਰਨਾ। ਸੋ ਬੜਾ ਕੰਪਲੀਕੇਟਡ ਕੰਮ ਹੈ, ਪਰ ਐਟਲੀਸਟ ਬੜੇ ਓਨੈਸਟ ਤਰੀਕੇ ਨਾਲ ਜਿਹੜੀ ਨਾ ਕੈਂਪੇਨ ਹੋਈ ਹੈ, ਤੇ ਬੜੀ ਐਟਲੀਸਟ ਰਿਸਪੈਕਟਫੁਲ ਸ਼ੋਇੰਗ ਹੋਈ ਹੈ। ਪਰ ਜਿੱਤੀ ਹੁੰਦੀ ਹੈ ਨਾ। ਹਾਂਜੀ ਕਾਲਰ, ਤੁਸੀਂ ਲਾਈਨ ਤੇ ਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸ਼ੋਅ, ਹਾਂਜੀ ਸ਼ੋਅ ਬੜਾ ਵਧੀਆ, ਅਸੀਂ ਦੇਖਦੇ ਹੁੰਦੇ ਹਾਂ, ਬੜਾ ਵਧੀਆ। ਥੋੜਾ ਜਿਹਾ ਫੋਨ ਦੇ ਨੇੜੇ ਹੋ ਕੇ ਗੱਲ ਕਰੋ ਜੀ, ਸੁਣ ਨਹੀਂ ਰਿਹਾ ਕਲੀਅਰ। ਹਾਂਜੀ, ਡਾਕਟਰ ਸਾਹਿਬ ਬਾਰੇ ਗੱਲ ਕਰਾਂਗਾ। ਹਾਂਜੀ ਕਰੋ ਜੀ। ਮੈਂ ਕਹਿੰਦਾ 90% ਸਰੀ, 90 ਕੀ 100% ਸਰੀ ਡਾਕਟਰ ਸਾਹਿਬ ਤੁਹਾਡੇ ਤੇ ਮਾਣ ਕਰਦਾ। ਹਰ ਬੰਦਾ ਤੁਹਾਨੂੰ ਜਾਣਦਾ ਇੱਥੇ, ਜਿੰਨੀ ਤੁਸੀਂ ਸੇਵਾ ਕਰਦੇ ਹੋ, ਜਿੰਨਾ ਸਾਡਾ ਤੁਸੀਂ ਦੇਖ ਰਹੇ ਹੋ, ਅਸੀਂ ਤੁਹਾਨੂੰ ਵੇਖਦੇ ਹਾਂ। ਦੂਜੀ ਗੱਲ, ਬੜੀ ਇਨਫੋਰਮੇਸ਼ਨ ਵਾਲਾ ਸ਼ੋਅ ਹੈਗਾ ਤੁਹਾਡਾ ਹੋਰ ਵੀ ਸ਼ੋਅ ਇਹ ਰੋਜ਼ ਨਹੀਂ ਆਉਂਦਾ ਸੀ, ਤੁਹਾਡਾ ਇੱਕ ਸ਼ੋਅ ਰੋਜ਼ ਨਹੀਂ ਆਉਂਦਾ ਹੁੰਦਾ ਇੱਥੇ ਸਾਂਝੇ TV ਤੇ। ਸਾਨੂੰ ਚੰਗਾ ਲੱਗਦਾ ਜਦੋਂ ਤੁਸੀਂ ਆ ਕੇ ਗੱਲ ਕਰਦੇ ਹੋ, ਸਾਨੂੰ ਆਪਣਾਪਨ ਲੱਗਦਾ ਹੈ ਤੇ ਸਾਡਾ ਕੋਈ ਆਪਣਾ ਜਿਹਦੇ ਤੇ ਸਾਨੂੰ ਮਾਂ ਨੇ, ਉਹ ਬੰਦੇ ਆ ਕੇ ਬੈਠ ਕੇ ਗੱਲ ਕਰ ਰਹੇ ਨੇ। ਤੇ ਸਿੱਧੂ ਸਾਹਿਬ ਵਧੀਆ ਸ਼ੋਅ ਹੈ ਤੁਹਾਡਾ।
ਧੰਨਵਾਦ ਜੀ, ਬਹੁਤ ਬਹੁਤ ਮੈਨੂੰ ਇੱਕ ਧੰਨਵਾਦ ਗੱਲ ਡਾਕਟਰ ਸਾਹਿਬ। ਪੁੱਛਣੀ ਸੀ, ਅੱਜ ਜਗਮੀਤ ਸਿੰਘ ਦੀ ਗੱਲ ਜਿਹੜੀ ਅੱਜ ਕੱਲ ਇੱਕ ਆਈ ਹੈ ਨਵੀਂ, ਉਹ ਕੀ ਇਸ਼ੂ ਹੋਇਆ ਜੀ? ਜਗਮੀਤ ਸਿੰਘ ਜਿਹੜੇ ਹੁਣੇ ਕੁਝ ਹੋਇਆ ਸੀ 2 ਦਿਨ ਪਹਿਲਾਂ, ਦੇਖੋ ਉਹਦੇ ਬਾਰੇ ਵੀ ਜ਼ਰੂਰ ਦੱਸੋ। ਦੇਖੋ ਡਾਕਟਰ ਸਾਹਿਬ ਅਗੇਨ ਥੈਂਕ ਯੂ ਤੁਹਾਡਾ, ਬਹੁਤ ਵਧੀਆ, ਦੇਖੋ ਨਾਈਸ ਸ਼ੋ, ਬਹੁਤ ਵਧੀਆ show। ਜਿਹੜਾ ਨਾ ਬੜੇ ਥੈਂਕ ਯੂ ਸੋ ਮਚ, ਆਪਾਂ ਨੂੰ ਪਾਰਟਿਸਿਪੇਟ ਕਰਨਾ ਪੈਣਾ। ਦੇਖੋ ਤੁਹਾਡੀ ਗੱਲ ਤੋਂ ਮੈਨੂੰ ਇੱਕ ਬੜੀ ਮੇਰੇ ਦਿਮਾਗ ਦੇ ਵਿੱਚ ਨਾ ਹੋਰ ਸਟਰੈਂਥ ਵੱਧਦੀ ਹੈ। ਮੇਰਾ ਇਕੱਲਾ ਨਹੀਂ, ਜਦੋਂ ਮੈਂ ਕਹਿੰਦਾ ਇਟਸ ਨਾਟ ਮੀ ਓਨਲੀ, ਦੇਰ ਆਰ ਲੋਟ ਆਫ ਪੀਪਲ ਲਾਈਕ ਮੀ। ਸੋ ਗੱਲ ਇਹ ਹੁੰਦੀ ਹੈ ਵੀ ਇਹ ਹੈਗਾ ਸਾਡਾ ਪ੍ਰਾਈਡ। ਦੇਖੋ ਜਿੱਥੋਂ ਅਸੀਂ ਆਏ ਆ, ਇਹ ਪਿਛਲੇ ਪਹਿਲਾਂ ਪਤਾ ਨਹੀਂ, ਅਸੀਂ ਹੁਣ ਜਿਸ ਤਰ੍ਹਾਂ ਸਪੋਜ਼ ਵੀ ਮੈਂ 40 ਸਾਲ ਦਾ ਜਾਂ ਪਹਿਲਾਂ ਇੱਥੋਂ ਆਇਆ ਜਾਂ ਉਸ ਤੋਂ ਮੇਰੇ ਤੋਂ ਪਹਿਲਾਂ ਵੀ ਲੋਕ ਆਏ ਨੇ, ਬੜੀ ਇੱਥੇ ਇੱਕ ਤਰ੍ਹਾਂ ਦੀ ਨਾ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਗੱਲ ਸੀ ਲੋਕਾਂ ਦੇ, ਵੀ ਇਹ ਪਤਾ ਨਹੀਂ ਜੰਗਲ 'ਚੋਂ ਆਏ ਨੇ, ਜਾਂ ਉਹਨਾਂ ਨੂੰ ਅਕਲ ਨਹੀਂ ਹੈਗੀ, ਜਾਂ ਪੜ੍ਹੇ ਨਹੀਂ ਹੈਗੇ, ਜਾਂ ਉਹਨਾਂ ਨੂੰ ਕੱਪੜੇ ਨਹੀਂ ਪਾਣੇ ਆਉਂਦੇ। ਇਹ ਸਾਰੀਆਂ ਗੱਲਾਂ ਸਾਡੇ ਸਭਿਅਤਾ, ਸਾਡੇ ਕਲਚਰ ਦੇ, ਸਾਡੇ ਜੈਨੇਟਿਕ ਮੇਕਅਪ ਦੇ ਵਿੱਚ ਬਣੀਆਂ ਨੇ। ਹਾਲਾਤ ਬਦਲਦੇ ਨੇ, ਮੁਲਕ ਬਦਲਦੇ ਨੇ, ਬਾਉਂਡਰੀਜ਼ ਬਦਲਦੀਆਂ। ਉਹਦੇ ਨਾਲ ਇਹ ਨਹੀਂ ਮਤਲਬ ਵੀ ਅਸੀਂ ਲੋਕ ਕਿਸੇ ਨਾਲੋਂ ਘੱਟ ਹਾਂ। ਸੋ ਸਰੀ ਦੀ ਮੈਂ ਗੱਲ ਤਾਂ ਬਾਰ-ਬਾਰ ਕਰਨਾ ਪਿਆ ਕਿਉਂਕਿ ਕੰਸਨਟ੍ਰੇਸ਼ਨ ਸਾਡੀ ਇੱਥੇ ਜ਼ਿਆਦਾ। ਸਾਡਾ ਫਰਜ਼ ਬਣਦਾ ਇੱਕ ਦੂਜੇ ਦੇ ਨਾਲ ਖੜੇ ਹੋਈਏ, ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲੀਏ, ਕਿਉਂਕਿ ਇਸ ਤੋਂ ਵੱਡੀ ਬੈਸਟ ਐਗਜ਼ਾਮਪਲ ਕੋਈ ਨਹੀਂ ਹੋਣੀ। ਜਦੋਂ ਵੀ ਕਦੀ ਕੋਈ ਗੱਲ ਹੁੰਦੀ ਹੈ, ਉਹਨਾਂ ਨੇ ਅਸੀਂ ਚਾਹੁੰਦੇ ਹਾਂ ਵੀ ਸਾਰੇ ਕਹਿਣ ਵੀ ਅਸੀਂ ਸਰੀ ਚਾਹੁੰਦੇ, ਦਿਲੋਂ ਲੋਕੀ ਇਸ ਗੱਲ ਦੇ ਮਗਰ ਪੈਣ। ਸੋ ਉਹਦੇ ਬਾਰੇ ਗੱਲ, ਕਿਉਂਕਿ ਇਹ ਟਾਪਿਕ ਬਹੁਤ ਵੱਡਾ। ਹਾਂਜੀ, ਪਰ ਇਹਦੇ ਨਾਲ ਨਾਲ ਡਾਕਟਰ ਸਾਹਿਬ ਇਹਨਾਂ ਨੇ ਜਗਮੀਤ ਸਿੰਘ ਵਰਾਂ ਦਾ ਮੈਂਸ਼ਨ ਕੀਤਾ ਸੀ, ਜਿਹੜਾ ਕੋਈ ਰੀਸੈਂਟਲੀ ਵਾਕ ਆਊਟ ਉਹਨਾਂ ਨੇ ਕੀਤਾ, ਉਸ ਦੇ ਬਾਰੇ ਥੋੜਾ। ਦੇਖੋ ਇਹ ਜਿਹੜੀਆਂ ਨਾ ਇਹਨਾਂ ਦਾ ਸਵਾਲ ਬਹੁਤ ਹੀ ਟਾਈਮਲੀ ਸਵਾਲ ਹੈ, ਪਰ ਜਿਹਦਾ ਅਜੇ ਆਨਸਰ ਹੈ ਜੇ ਟਾਈਮ, ਉਹਦਾ ਅਜੇ ਜਵਾਬ ਦੇਣ ਦਾ ਟਾਈਮ ਨਹੀਂ ਹੈਗਾ। ਕਿਉਂਕਿ ਇਹ ਜਿਹੜੀਆਂ ਇਨਸਾਈਡ ਦੇ ਪਾਰਲੀਮੈਂਟ ਜਿਹੜੀ ਗੱਲਬਾਤ ਹੋਈ ਹੈ, ਜਾਂ ਉਹਦੇ ਪਿੱਛੇ ਕਿਸ ਤਰੀਕੇ ਨਾਲ ਗੱਲਬਾਤ ਚੱਲੀ ਹੈ, ਉਹਦਾ ਆਊਟਕਮ ਕੀ ਹੈ, ਉਹਦੇ ਬਾਰੇ ਅਜੇ ਕਿਸੇ ਨੂੰ 100% ਨਹੀਂ ਪਤਾ। ਹਰ ਇੱਕ ਨੇ ਆਪਣੀ ਸਪਿਨ ਕਰਨੀ ਹੈ। ਕਿਉਂਕਿ ਜਦੋਂ ਵੀ ਬੰਦਾ ਕੋਈ ਹਾਲਾਤ ਦੇ ਵਿੱਚੋਂ, ਕੋਈ ਇਨਸਾਨ ਵੀ ਗੁਜ਼ਰਿਆ, ਉਹਦੇ ਜਿਹੜੇ ਹਾਲਾਤ ਨੇ ਕਦੀ ਨਾ ਕਦੀ ਕਿਸੇ ਨਾ ਕਿਸੇ ਮੁਕਾਮ ਤੇ ਆ ਕੇ ਉਹ ਖੜੇ ਹੋ ਗਏ, ਬਾਹਰ ਆ ਕੇ ਉਹ ਚੁੱਭਦੇ ਨੇ। ਉਹ ਜਦੋਂ ਫਿਰ ਚੁੱਭਦੇ ਨੇ ਕਿਸੇ ਤਰੀਕੇ ਨਾਲ, ਉਹ ਫਿਰ ਇਮੋਸ਼ਨਸ ਬਾਹਰ ਆਉਂਦੇ ਨੇ। ਜੇ ਉਹ ਇਮੋਸ਼ਨਸ ਅਸਲੀ, ਜੇ ਉਹ ਇਮੋਸ਼ਨਸ ਪਰਸਨਲ ਨੇ ਕਿ ਪਾਰਟੀ ਵਾਸਤੇ ਨੇ, ਕਿ ਕਮਿਊਨਿਟੀ ਵਾਸਤੇ ਨੇ, ਕਿ ਕੰਟਰੀ ਵਾਸਤੇ ਨੇ, ਉਹ ਲੋਕਾਂ ਨੇ ਫੈਸਲਾ ਕਰਨਾ। ਉਹਦੇ ਬਾਰੇ ਮੈਂ ਸਮਝਣਾ ਕਿ ਇਸ ਸਮੇਂ ਤੇ ਮੇਰੇ ਵਾਸਤੇ ਉਹ ਜਗਮੀਤ ਬਾਰੇ ਕੋਈ ਕਮੈਂਟ ਕਰਨਾ ਬੜਾ ਕੋਈ ਰਿਸਪੌਂਸੀਬਲ ਕੰਮ ਨਹੀਂ ਹੋਏਗਾ, ਕਿਉਂਕਿ ਮੈਂ ਇਹਨਾਂ ਕੰਮਾਂ ਸਾਰਿਆਂ ਚੋਂ ਜਾ ਚੁੱਕਾ, ਮੈਂ ਸਮਝ ਚੁੱਕਾ। ਤੁਸੀਂ ਵੀ ਸਾਰੇ ਇਸ ਗੱਲ ਨੂੰ ਸਮਝਦੇ ਹੋ, ਸਾਰਿਆਂ ਨੂੰ ਹੈਗੀ ਸਮਝ। ਅਸੀਂ ਸਾਰੇ ਹੀ ਕਿਸੇ ਨਾ ਕਿਸੇ ਤਰੀਕੇ ਅਸੀਂ ਆਪਣੇ ਦਿਮਾਗ ਦੇ ਵਿੱਚ ਕੋਈ ਨਾ ਕੋਈ ਸਾਡੇ ਤੇ ਅਸਰ ਹੋਇਆ। ਜਦੋਂ ਗਰੋ ਅਪ ਹੋਏ ਆ, ਆਪਣੇ ਮਾਂ-ਬਾਪ ਨੂੰ ਦੇਖਿਆ, ਰਿਸ਼ਤੇਦਾਰਾਂ ਨੂੰ ਦੇਖਿਆ, ਧਰਮ ਦੇ ਤੌਰ ਤੇ ਸਾਡੇ ਨਾਲ, ਜਾਂ ਵੰਡ ਦੇ ਤੌਰ ਤੇ ਕੀ ਹੋਇਆ, ਹਰ ਇੱਕ ਦੀ ਇਸ ਮੁਲਕ ਵਿੱਚ ਆ ਕੇ ਕੀ ਹੋਇਆ, ਕਿਸ ਤਰ੍ਹਾਂ ਸਟੈਬਲਿਸ਼ ਕੀਤਾ। ਇੱਕ ਕਲੈਕਟਿਵ ਪ੍ਰੋਬਲਮ ਹੈ। ਉਸ ਕਲੈਕਟਿਵ ਪ੍ਰੋਬਲਮ ਨੂੰ ਅਜੇ ਸੋਲਵ ਕਰਨਾ ਬੜਾ ਮੁਸ਼ਕਲ ਹੈ, ਪਰ ਸਾਨੂੰ ਸਾਰਿਆਂ ਨੇ ਮਿਲ ਕੇ ਚੱਲਣਾ ਪੈਣਾ। ਇਹਦੇ ਬਾਰੇ ਜਦੋਂ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਸਮਝਦਾ ਕੋਈ ਨਾ ਕੋਈ ਹੱਲ ਹੋਏਗਾ। ਅਸੀਂ ਚਾਹੁੰਦੇ ਹਾਂ ਵੀ, ਪਰ ਇੱਕੋ ਹੀ ਮੈਸੇਜ ਹੈ, ਮੇਰਾ ਐਕਸਪੀਰੀਅੰਸ ਜੋ ਕਹਿੰਦਾ, ਜਿਹੜੀ ਗੱਲ ਟੇਬਲ ਤੇ ਬਹਿ ਕੇ ਹੋ ਸਕਦੀ ਹੈ, ਪਿਆਰ ਨਾਲ, ਸਤਿਕਾਰ ਨਾਲ ਸਮਝਾ ਕੇ, ਉਹਦਾ ਕੋਈ ਮੁੱਲ ਨਹੀਂ। ਅਖੀਰ ਤੇ ਲੜਾਈ ਤੋਂ ਬਾਅਦ ਵੀ ਟੇਬਲ ਤੇ ਬਹਿਣਾ, ਝਗੜੇ ਤੋਂ ਬਾਅਦ ਵੀ ਟੇਬਲ ਤੇ ਬਹਿਣਾ, ਵੰਡ ਤੋਂ ਕੋਰਟ ਤੋਂ ਬਾਅਦ ਵੀ ਟੇਬਲ ਤੇ ਬਹਿਣਾ, ਵੰਡ ਵੀ ਕਿ ਟੇਬਲ ਤੋਂ ਬਾਅਦ ਤੇ ਹੋਣੀ ਹੈ, ਘਰ ਦਾ ਲੜਾਈ ਝਗੜਾ ਵੀ ਟੇਬਲ ਤੇ ਫੈਸਲਾ ਹੋਣਾ। ਕੋਈ ਵੀ ਜਿਹੜਾ ਫੈਸਲਾ, ਤੇ ਇਹ ਸਾਡੇ ਲੋਕਾਂ ਦੀ ਸਟਰੈਂਥ ਹੈ। ਸਾਨੂੰ ਲੋਕਾਂ ਨੂੰ ਪਤਾ ਨਹੀਂ, ਅਸੀਂ ਆਪਣੇ ਆਪ ਨੂੰ ਬਹੁਤ ਇੱਥੇ ਆ ਕੇ ਨਾ ਇੱਕ ਡਿਮੋਰਲਾਈਜ਼ ਕਰ ਲਿਆ। ਅਸੀਂ ਪਤਾ ਨਹੀਂ, ਅਸੀਂ ਵੀ ਸ਼ੁੱਡ ਬੀ ਕਿ ਸਾਡੇ ਲੋਕ ਦੇਖੋ, ਕੋਈ ਕਿਸੇ ਨੇ ਕੋਈ ਇੱਥੇ ਆਇਆ, ਕੋਈ IAS ਆਫਿਸਰ ਆਇਆ, ਕੋਈ IFS ਆਫਿਸਰ ਆਇਆ, ਕੋਈ ਪੁਲਿਸ ਆਫਿਸਰ ਆਇਆ, ਕੋਈ ਤਹਿਸੀਲਦਾਰ, ਕੋਈ ਕਿੰਨੀਆਂ ਮਿਹਨਤਾਂ ਕਰਕੇ, ਪੜ੍ਹਾਈ ਕਰਕੇ ਉਹਨਾਂ ਨੇ ਬੱਚੇ ਆਪਣੇ ਪਾਲ ਕੇ ਇਸ ਮੁਲਕਾਂ ਵਿੱਚ ਭੇਜੇ ਨੇ, ਪੂਰੀ ਕੰਟਰੀਬਿਊਸ਼ਨ ਕਰਕੇ ਇਹਨੂੰ ਚੁੱਕਦੇ ਪਿਆ ਸੀ। ਤੇ ਉਹਦੇ ਵਿੱਚ ਸਾਡਾ ਹਿੱਸਾ। ਤੋਂ ਮੈਂ ਫਿਰ ਗੱਲ ਉਹੀ ਤੇ ਐਂਡ ਕਰਾਂਗਾ, ਮੈਂ ਗੱਲ ਸਰੀ ਦੀ ਕਰਨਾ ਪਿਆ। ਅਖੀਰ ਦੇ ਵਿੱਚ ਇਹ ਹੋਣਾ, ਜਿਹੜੇ ਸਾਡਾ ਪ੍ਰਾਈਡ ਹੈ, ਸਾਡਾ ਮਾਣ ਹੈ, ਉਹ ਹੈਗਾ ਸਰੀ, ਕਿਉਂਕਿ ਇਹ ਸਾਡੀ ਰਿਫਲੈਕਸ਼ਨ ਹੈ। ਤੇ ਜਿਹੜਾ ਜੋ ਸਾਡੀ ਬਣਤਰ ਹੈ, ਸਾਡੇ ਘਰਾਂ ਦੀ, ਬਾਹਰ ਦੀ, ਸਾਡੀਆਂ ਗੱਡੀਆਂ ਦੀ, ਸਾਡੇ ਘਰ ਦੀ ਬਾਹਰ ਦੀ ਸਫਾਈ ਦੀ, ਸਾਡੇ ਘਰਾਂ ਦੀ ਸ਼ਾਨ ਦੀ, ਸਾਡਾ ਜੋ ਵੀ ਇੱਕ ਦੂਜੇ ਨਾਲ ਕੰਡਕਟ ਕਰਨੇ ਆ, ਸਾਡੇ ਮੈਨਰਿਜ਼ਮ, ਸਾਡੇ ਐਟੀਕੇਟਸ, ਜਾਂ ਅਸੀਂ ਇੱਕ ਦੂਜੇ ਦੀ ਹੈਲਪ ਕਰਨੇ ਆ, ਉਹ ਸਾਡਾ ਪ੍ਰਾਈਡ ਹੈ। ਉਸ ਪ੍ਰਾਈਡ ਨੂੰ ਖਤਮ ਕਰਨ ਵਾਸਤੇ ਕਿਸੇ ਕੋਲ ਤਾਕਤ ਨਹੀਂ ਹੈਗੀ, ਜਿੰਨੀ ਦੇਰ ਤੱਕ ਅਸੀਂ ਕੋਲੈਕਟਿਵਲੀ ਨਾਲ ਹਾਂ ਇੱਕ ਦੂਜੇ ਦੇ। ਤੇ ਸਾਡੇ ਕੋਲ ਬੜਾ ਸੋਹਣਾ ਪਲੇਟਫਾਰਮ ਹੈ, ਬੜਾ ਸੋਹਣਾ ਕੰਟਰੀ ਮਿਲਿਆ। ਇਸ ਤੋਂ ਸੋਹਣਾ ਕੀ ਮਿਲਣਾ, ਆਪਾਂ ਗੱਲਬਾਤ ਕਰਨੇ ਪਏ ਹਾਂ ਵਿਦਆਊਟ ਫੀਅਰ। ਯੈਸ ਡਾਕਟਰ ਸਾਹਿਬ, ਚਾਈਨਾ ਤੇ ਇੰਡੀਆ ਦਾ ਕੌਨਫਲਿਕਟ, ਆਪਣੇ ਕੋਲ 3-4 ਮਿੰਟ ਦਾ ਟਾਈਮ ਰਹਿ ਗਿਆ। ਬਰੀਫ ਥੋੜੇ ਕਮੈਂਟ
ਬੜਾ ਉਹ ਵੀ ਲਦਾਖ ਦੇ ਵਿੱਚ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ ਬੜੀ ਦੁਖਨੁਮਾ ਹੈ, ਉਸ ਦੇ ਬਾਰੇ ਤੁਹਾਡੇ ਫਾਈਨਲ ਕਮੈਂਟਸ। ਦੇਖੋ ਸੀਜੇ, ਸਰੀ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਾਂ ਕਿਤੇ ਵੀ ਹੋਰ ਆਪਣੇ ਦੇਖੋ ਜਿਸ ਸਮੇਂ ਤੋਂ ਕਨਫਲਿਕਟ ਚੱਲਿਆ ਪੋਸਟ ਪਾਰਟੀਸ਼ਨ 1962 ਦੇ ਵਿੱਚ, ਫੌਜੀ ਆਪਣੀ ਕਮਿਊਨਿਟੀ ਵਿੱਚ ਬਹੁਤ ਨੇ, ਆਪਣੇ ਲੋਕਾਂ ਨੇ ਫੌਜ ਦੇ ਵਿੱਚ ਸਰਵ ਕੀਤਾ, ਬੜੇ ਬੜੇ ਅੱਛੇ ਅਹੁਦਿਆਂ 'ਤੇ ਟੌਪ ਦੀਆਂ ਪੋਜੀਸ਼ਨ 'ਚ ਰਹਿ ਕੇ। ਉਸ ਟਾਈਮ ਦੇ 62 ਦੀ ਲੜਾਈ ਦੇ ਵਿੱਚ ਵੀ ਇਹ ਪ੍ਰੋਬਲਮ ਸੀ, ਉਦੋਂ ਦੀ ਪ੍ਰੋਬਲਮ ਚੱਲੀ ਹੈ। ਇਹਨੂੰ ਸੋਲਵ ਕਰਨਾ ਬੜੇ ਤਰੀਕੇ ਨਾਲ ਜੋ ਵੀ ਹੋਣਾ, ਪਰ ਕਿਉਂਕਿ ਅਸੀਂ ਲੋਕ ਇਮੋਸ਼ਨਲੀ ਅਟੈਚਡ ਹਾਂ ਆਪਣੇ ਕੋਈ ਵੀ ਬੰਦਾ ਦੁਨੀਆ ਦੇ ਵਿੱਚ, ਅਸੀਂ ਨਹੀਂ ਇਕੱਲੇ। ਜੇ ਕੋਈ ਯੂਕਰੇਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਯੂਕਰੇਨੀਅਨ ਲੋਕ ਇੱਥੇ ਅਪਸੈਟ ਹੁੰਦੇ ਨੇ। ਜੇ ਕੋਈ ਜਰਮਨ 'ਚ ਪ੍ਰੋਬਲਮ ਆਉਂਦੀ ਹੈ, ਹਰ ਬੰਦੇ ਦਾ ਆਪਣੇ ਕੰਟਰੀ ਨਾਲ ਕਨੈਕਸ਼ਨ ਹੈ। ਸੋ ਅਸੀਂ ਆਫ ਕੋਰਸ ਇਵਨ ਤੁਹਾਡੇ ਬੈਕਡੋਰ ਆਪਣੇ ਕਰਤਾਰਪੁਰ ਵਾਲੇ ਲਾਂਘੇ ਦੀ ਜਦੋਂ ਇੰਨਾ ਵੱਡਾ ਡਿਸਪਿਊਟ ਹੋਇਆ ਸੀ। ਨਹੀਂ ਦੇਖੋ, ਹਰ ਇੱਕ ਬੰਦੇ ਦਾ ਹੈਗਾ। ਸੋ ਅਸੀਂ ਕਈ ਵਾਰੀ ਸਾਡੇ ਲੋਕ ਕਹਿੰਦੇ ਨੇ ਵੀ ਤੁਸੀਂ ਆ ਗਏ ਹੋ ਤੇ ਤੁਸੀਂ ਉਹਨਾਂ ਚੀਜ਼ਾਂ ਬਾਰੇ ਭੁੱਲ ਜਾਓ, ਤੁਸੀਂ ਭੁੱਲ ਨਹੀਂ ਸਕਦੇ। ਸੋ ਜਿਹੜਿਆਂ ਲੋਕਾਂ ਨੇ ਉਸ ਟਾਈਮ ਦੇ ਵਿੱਚ ਵਾਰ ਦੇ ਵਿੱਚ 62 ਦੇ ਵਿੱਚ ਪਾਰਟੀਸਪੇਟ ਕੀਤਾ, ਜਿਸ ਟਾਈਮ ਦੇ ਵਿੱਚ ਲਤਾ ਮੰਗੇਸ਼ਕਰ ਹੁਣਾਂ ਦਾ ਜਿਹੜਾ ਗਾਣਾ ਸੀ, ਜੇ ਕਿਸੇ ਨੂੰ ਨਹੀਂ ਹੈਗੀ ਸਮਝੋ ਸੁਣ ਲਓ ਕਿ ਕਿਹਦੇ ਨਾਲ ਕਿੰਨੇ ਇਮੋਸ਼ਨਸ ਅਟੈਚ ਨੇ, ਕਿਉਂਕਿ ਉਹ ਜਿਹੜਾ ਕਨਫਲਿਕਟ ਹੈ, ਇਹ ਕਨਫਲਿਕਟ ਜਿਹੜਾ ਨਾ ਇਹ ਪੋਲੀਟੀਕਲ ਤਾਕਤਾਂ ਦਾ, ਜਿਹੜੀਆਂ ਪੋਲੀਟੀਕਲ ਸਟਰਕਚਰ ਦਾ ਸਾਰਾ ਚੇਂਜ ਹੋ ਰਿਹਾ, ਦੁਨੀਆ ਦੀ ਤਾਕਤਾਂ ਦੀ ਆਪੋ ਆਪਣੀ ਸਟਰੈਂਥ ਵਧਾ ਰਹੇ ਨੇ, ਕੋਈ ਘਟਾ ਰਿਹਾ, ਕੋਈ ਮਸਲ ਯੂਜ਼ ਕਰਦਾ ਪਿਆ, ਕੋਈ ਆਪਣਾ ਦਿਮਾਗ ਯੂਜ਼ ਕਰਦਾ, ਕੋਈ ਪੈਸੇ ਯੂਜ਼ ਕਰਦਾ ਪਿਆ। ਸੋ ਓਵਰਆਲ ਜਿਹੜਾ ਨਾ ਉਹ ਆਪੇ ਸੋਲਵ ਕਰਨਗੇ। ਪਰ ਜਿਹੜਾ ਸਾਡੇ ਲੋਕਾਂ ਦੀ ਫੀਲਿੰਗ ਹੈਗੀ ਜ਼ਰੂਰ ਵੀ ਇਹ ਕੰਮ ਗਲਤ ਹੋਇਆ, ਜਿਹੜੇ ਵੀ ਹੱਥੋਂ ਪਾਈ ਦੇ ਨਾਲ ਜਿਹੜੇ ਮਰੇ ਨੇ ਲੋਕ ਵੀ, ਜਿਹੜੇ ਵੀ ਦੋਨੋਂ ਪਾਸੇ ਨੁਕਸਾਨ ਹੋਇਆ। ਪਰ ਜਿਹੜੇ ਉੱਥੇ ਪੰਜਾਬ ਦੇ 4 ਤੇ ਮਰੇ ਨੇ ਪੰਜਾਬੀ, ਕੁਛ ਬਿਹਾਰ ਦੇ, ਕੋਈ ਯੂਪੀ ਦੇ, ਜਿਹੜੇ ਲੋਕ ਜਿਹਨਾਂ ਨੂੰ ਹੱਥੋਂ ਪਾਈ ਹੋਏ ਨਾ, ਕੋਈ ਨਾ ਕੋਈ ਗੱਲ ਤੇ ਹੈ, ਕਿਸੇ ਦਾ ਦਿਮਾਗ ਤੇ ਹੈ ਨਹੀਂ ਖਰਾਬ ਵੀ ਜਾ ਕੇ ਤੁਸੀਂ ਕਿਸੇ ਦੇ ਪੈ ਜਾਓ ਗੱਲ। ਜਦੋਂ ਗੱਲਬਾਤ ਹੋ ਰਹੀ, ਆਪਾਂ ਦੋਨੋਂ ਗੱਲਬਾਤ ਕਰਨੇ ਪਏ ਆ, 5 ਮੀਟਿੰਗਾਂ ਕਰਨ ਤੋਂ ਬਾਅਦ 6ਵੀਂ ਮੀਟਿੰਗ ਤੇ ਮੈਂ ਤੁਹਾਡੇ ਵਾਸਤੇ ਡੰਡਾ ਲੈ ਕੇ ਆ ਜਾ, ਤਾਂ ਗੱਲ ਹੀ ਨਾ ਬਣਦੀ। ਸੋ ਇਹ ਗੱਲਾਂ ਨੇ ਸਾਡੇ ਜਿਹੜੇ ਇੰਟੈਲੈਕਚੁਅਲ, ਜਿਹੜੇ ਸਾਡੇ ਫੌਜੀ ਅਫਸਰ ਸਰੀ ਦੇ ਵਿੱਚ ਬੈਠੇ ਨੇ, ਜਿਹੜੇ ਰਿਟਾਇਰਡ ਨੇ, ਜਿਨ੍ਹਾਂ ਨੇ ਇਸ ਕੰਮ ਦੇ ਵਿੱਚ ਪਾਰਟੀਸਪੇਟ ਕੀਤਾ, ਦੇ ਕੈਨ ਆਨਸਰ ਦੈਟ ਕੁਐਸਚਨ ਬੈਟਰ, ਕਿਉਂਕਿ ਉਹਨਾਂ ਨੂੰ ਪਤਾ ਵੀ ਕਿੱਥੇ ਆਪਾਂ ਖੜੇ ਹਾਂ ਜੀ। ਸੋ ਅੱਜ ਬਹੁਤ ਸੋਹਣੀ ਗੱਲਬਾਤ ਸਾਡੀ ਚੱਲੀ ਡਾਕਟਰ ਗੁਲਜ਼ਾਰ ਚੀਮਾ ਨਾਲ। ਅਸੀਂ ਕਾਫੀ ਟੌਪਿਕ ਕੋਵਿਡ-19 ਤੋਂ ਲੈ ਕੇ ਸਿਸਟਮਿਕ ਰੇਸਿਜ਼ਮ, ਉਸ ਤੋਂ ਇਲਾਵਾ ਸਰੀ ਦਾ ਮੁੱਦਾ ਜਿਹੜਾ ਹੈਗਾ ਕਿ ਪ੍ਰਾਈਡ ਆਫ ਸਰੀ, ਉਹ ਡਾਕਟਰ ਸਾਹਿਬ ਨੇ, ਤੇ ਉਸ ਤੋਂ ਇਲਾਵਾ ਯੂਨਾਈਟਿਡ ਨੇਸ਼ਨਸ ਐਂਡ ਚਾਈਨਾ ਐਂਡ ਇੰਡੀਆ ਦਾ ਕੌਨਫਲਿਕਟ ਬੜੇ ਥੋੜ੍ਹੇ ਸਮੇਂ ਦੇ ਵਿੱਚ, ਬੜੇ ਬਰੀਫਲੀ, ਵਿਸਤਾਰ ਤਾਂ ਨਹੀਂ ਜਾ ਸਕੇ ਕਿਉਂਕਿ ਟਾਈਮ ਬਹੁਤ ਥੋੜ੍ਹਾ ਸੀਗਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਆਲਵੇਜ਼ ਐਪਰੀਸ਼ੀਏਟ ਯੂ ਕਮਿੰਗ ਟੂ ਆਵਰ ਸ਼ੋ। ਯੂ ਆਰ ਅ ਬਿਜ਼ੀ ਮੈਨ, ਫੈਮਿਲੀ ਮੈਨ, ਐਂਡ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਂਝਾ TV ਦੀ ਤਰਫੋਂ। I always appreciate you, always very cooperative and give us a time. So thank you coming on my show. ਦੇਖੋ ਸੀਜੇ, ਮੈਂ ਅਗੇਨ ਮੈਨੂੰ ਕਹਿਣਾ ਪੈਂਦਾ, ਕਿਉਂਕਿ ਕਹਿਣਾ ਪੈਂਦਾ ਨਹੀਂ, ਇਹ ਮੇਰੇ ਮਨ ਦੀ ਜਿਹੜੀ ਹੈ ਨਾ, ਇਹ ਇੱਕ ਕਿਸਮ ਦਾ ਮੇਰੀ ਵਿਸ਼ ਹੈ ਕਿ ਅਸੀਂ ਲੋਕ ਕਿੰਨੀ ਦੂਰ ਤੋਂ, ਪਿਛਲੇ ਕਿੰਨੇ 100 ਐਟਲੀਸਟ 200 ਸਾਲਾਂ ਤੋਂ ਸਾਡੇ ਲੋਕ ਕਿੰਨੇ ਟਰਮਾਈਲ 'ਚ ਰਹੇ ਨੇ। ਹਰ ਜਗ੍ਹਾ ਤੇ ਅਸੀਂ ਪਾਰਟੀਸਪੇਟ ਕੀਤਾ, ਹਰ ਜਗ੍ਹਾ ਦੇ ਵਿੱਚ ਆ ਕੇ ਅਸੀਂ ਜਦੋਂ ਅਸੀਂ ਗੋਲ ਕਰਨ ਦਾ ਟਾਈਮ ਆਉਂਦਾ ਉਹ ਪਿੱਛੇ ਹੋ ਜਾਂਦੇ ਹਾਂ। ਸੋ ਜਿੱਥੇ ਅਸੀਂ ਜਾ ਰਹੇ ਹਾਂ, ਸਾਰੇ ਲੋਕਾਂ ਨੇ ਐਸਟੈਬਲਿਸ਼ ਕੀਤਾ, ਤਾਂ ਸਰੀ ਇੱਕ ਇਹੋ ਜਿਹੀ ਜਗ੍ਹਾ ਜਿੱਥੇ ਸਭ ਤੋਂ ਜ਼ਿਆਦਾ ਲੋਕ ਬੈਠੇ ਨੇ, ਤੇ ਉੱਥੇ ਸਾਡਾ ਇੱਥੇ ਪ੍ਰਾਈਡ ਹੈ, ਸਾਡਾ ਮਾਣ ਹੈ, ਸਾਡੇ ਬੱਚੇ ਨੇ, ਸਾਡੇ ਗ੍ਰੈਂਡ ਕਿਡਸ ਨੇ, ਸਾਰਿਆਂ ਦੇ। ਤੇ ਸਾਨੂੰ ਚਾਹੀਦਾ ਵੀ ਇਸ ਚੀਜ਼ ਨੂੰ ਉੱਪਰ ਚੁੱਕੀਏ, ਤੇ ਜੇ ਕੋਈ ਸਰੀ ਬਾਰੇ ਕੋਈ ਪੁੱਠੀ ਗੱਲ ਕਰਦਾ, ਉਹਨੂੰ ਇਹ ਜਵਾਬ ਦੇਈਏ ਕਿ ਵੀ ਅਸੀਂ ਕਿਸੇ ਤੋਂ ਘੱਟ ਨਹੀਂ, ਅਸੀਂ ਸਾਰੇ ਕੰਮ ਸੋਹਣੇ ਕਰਨੇ ਪਏ ਹਾਂ। ਅਸੀਂ ਸਰੀ ਦੀ ਸ਼ਾਨ ਆ, ਉਹਦਾ ਮਾਣ ਆ। ਚੰਗੇ ਲੋਕਾਂ ਨੇ ਘਰ ਬਣਾ ਦਿੱਤੇ ਨੇ, ਸੜਕਾਂ ਚੰਗੀਆਂ ਬਣ ਗਈਆਂ, ਸਿਸਟਮ ਚੰਗਾ ਸਟੈਬਲਿਸ਼ ਕਰਤਾ, ਬਿਜ਼ਨਸ ਸਾਰੇ ਸਟੈਬਲਿਸ਼ ਹੋ ਗਏ ਨੇ, ਬੱਲੇ ਕਰਾਤੀ। ਸਰੀ ਦੇ ਵਿੱਚ ਕੋਈ ਦੁਨੀਆ ਦੀ ਚੀਜ਼ ਨਹੀਂ ਜਿਹੜਾ ਬਿਜ਼ਨਸ ਤੁਹਾਨੂੰ ਇੱਥੇ ਨਹੀਂ ਮਿਲਦਾ, ਹਰ ਇੱਕ ਜਗ੍ਹਾ 'ਤੇ ਲੋਕਾਂ ਨੇ ਸਟੈਬਲਿਸ਼ ਕੀਤਾ। ਸੋ ਦੈਟ ਇਜ਼ ਆਵਰ ਪ੍ਰਾਈਡ। ਤੇ ਜੇ ਉਹਨੂੰ ਕੋਈ ਥੱਲੇ ਕਰਨ ਦੀ ਕੋਸ਼ਿਸ਼ ਕਰੇਗਾ, ਦੈਨ ਵੀ ਹੈਵ ਟੂ ਸਪੀਕ ਅਪ, ਸਟੈਂਡ ਅਪ। ਯਾ ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਬੜੇ ਪੈਸ਼ਨੇਟ ਹੈ ਜਿਸ ਵੀ ਟੌਪਿਕ ਦੇ ਬਾਰੇ ਇਹ ਗੱਲ ਕਰਦੇ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਫॉर ਟਿਊਨ ਇਨ। ਤੁਹਾਨੂੰ ਆਲਵੇਜ਼ ਕਹੀਦਾ ਕਿ ਆਪਦੀ ਫੀਡਬੈਕ ਜ਼ਰੂਰ ਦਿਆ ਕਰੋ। ਸਾਡੇ ਜਿਹੜੇ ਨੰਬਰ ਚੱਲ ਰਹੇ, ਈਮੇਲ ਐਡਰੈਸ ਚੱਲ ਰਿਹਾ, ਮੇਰੀ ਫੇਸਬੁੱਕ ਤੇ ਵੀ ਤੁਸੀਂ ਮੈਸੇਜ ਕਰਦੇ ਹੋ, ਸਾਂਝਾ TV ਦੀ ਸਾਡੀ ਫੇਸਬੁੱਕ ਵੀ ਚੱਲ ਰਹੀ ਹੈ। ਸੋ ਤੁਹਾਡਾ ਸਾਡੇ ਸਾਰੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਇਸੇ ਹੀ ਤਰ੍ਹਾਂ ਨੈਕਸਟ ਥਰਸਡੇ ਕਿਸੇ ਹੋਰ ਆਪਣੇ ਨੁਮਾਇੰਦੇ ਨੂੰ ਲੈ ਕੇ ਤੁਹਾਡੇ ਰੂਬਰੂ ਕਰਾਵਾਂਗੇ, ਤਾਂ ਕਿ ਤੁਹਾਨੂੰ ਮੇਰੇ ਸ਼ੋਅ ਦਾ ਮੰਤਵ ਜਿਹੜਾ ਹੈਗਾ ਆ, ਜਿਹੜਾ ਗੋਲ ਹੈਗਾ, ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ। ਸੋ ਇਸੇ ਹੀ ਤਰ੍ਹਾਂ ਸੁਣਦੇ ਰਿਹਾ ਕਰੋ। ਹੁਣ
ਇਸ ਤੋਂ ਬਾਅਦ ਸ਼ੋਅ ਲੈ ਕੇ ਆ ਰਹੇ ਆ ਸਾਫ਼ ਤੇ ਸਪਸ਼ਟ ਪੁਨੀਤ ਜੀ ਦਾ, ਉਹ ਵੀ ਬਹੁਤ ਸੋਹਣਾ ਤੇ ਪਾਪੂਲਰ ਸ਼ੋਅ ਹੈ। ਸਾਡੇ ਨੰਬਰਸ, ਫੋਨ ਨੰਬਰ ਜਿਹੜੇ 800 ਨੰਬਰ ਹੈ, ਤੁਸੀਂ ਕੈਨੇਡਾ ਤੋਂ ਵੀ ਕਾਲ ਕਰ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਹੈਵ ਅ ਵੰਡਰਫੁਲ ਹੈਪੀ ਹੈਲਥੀ ਵੀਕਐਂਡ। ਖੁਸ਼ੀਆਂ ਮਾਣੋ। ਧੰਨਵਾਦ। ਸਤਿ ਸ਼੍ਰੀ ਅਕਾਲ।